ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਹ ਜਹ ਹੋਤੇ ਸਬੰਧ ਗੁਰ ਤਹ ਤਹ ਸੁਧ ਪਹੁੰਚਾਏ। ਆਏ ਨਾਰਾਇਣ ਦਾਸ ਤਬ ਦਾਰਾ ਜੁਤ ਰੁਦ ਨਾਏ। ਜਹ ਜਹ ਹੋਤੇ ਸਬੰਧ ਗੁਰ ਤਹ ਤਹ ਸੁਧ ਪਹੁੰਚਾਏ। ਆਏ ਨਾਰਾਇਣ ਦਾਸ ਤਬ ਦਾਰਾ ਜੁਤ ਰੁਦ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ ਕਰੁਣਾ ਨਿਧਾਨ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਚਬਰ ਛਤਰ ਤਖਤ ਦੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਪੂਰੀ ਕਾਇਨਾਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਨਿਵਾਜਣ ਵਾਲੇ ਗੁਰਤਾ ਗੱਦੀ ਤੇ ਸੁਭਾਏਮਾਨ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਸਤਿਗੁਰਾਂ ਦੀ ਪਾਕ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਦਰੋਂ ਕਰੋਂ ਵਰੋਸਾਏ ਮਹਾਂਪੁਰਖ ਮਹਾਨ ਤਪਸਵੀ ਸੰਤ ਬਾਬਾ ਮੱਘਰ ਸਿੰਘ ਜੀ ਦੇ ਪਾਵਨ ਤਪ ਅਸਥਾਨਾਂ ਵਿਖੇ ਨਿੱਤ ਦੀ ਤਰ੍ਹਾਂ ਸੰਧਿਆ ਸਮੇਂ ਦੇ ਸੁੰਦਰ ਦੀਵਾਨ ਸਜ ਰਹੇ ਹੈ। ਜਿਨ੍ਹਾਂ ਦੀਵਾਨਾਂ ਦੇ ਵਿੱਚ ਆਪਾਂ ਰਲ ਮਿਲ ਕਰਕੇ ਸਤਿਗੁਰਾਂ ਦੇ ਪਵਿੱਤਰ ਜੀਵਨ ਦੀ ਲੜੀਵਾਰ ਗਾਥਾ ਸਰਵਣ ਕਰਦੇ ਆ ਰਹੇ ਹਾਂ। ਜੋ ਇਤਿਹਾਸ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ
ਪਵਿੱਤਰ ਜੀਵਨ ਦਾ ਚੱਲ ਰਿਹਾ ਹੈ। ਕੱਲ੍ਹ ਜਿਵੇਂ ਆਪਾਂ ਸੰਗਤ ਜੀ ਪ੍ਰਸੰਗ ਸਰਵਣ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਭਾਈ ਰੂਪਾ ਉਹਨਾਂ ਨੂੰ ਸੰਗਤ ਜੀ ਵਰ ਬਖਸ਼ਿਸ਼ ਕੀਤੇ ਹੈ, ਪਿੰਡ ਦਾ ਨਾਮ ਬੰਨਿਆ, ਇੱਥੇ ਰਹਿ ਕਰਕੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ ਹੈ। ਅਨੇਕਾਂ ਮਾਈ ਭਾਈ ਨੂੰ ਉਪਦੇਸ਼ ਦੇ ਕਰਕੇ ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਦੇਖ ਕੇ ਮਹਾਰਾਜ ਜੀ ਕਰਤਾਰਥ ਕਰ ਰਹੇ ਨੇ। ਸਮਾਂ ਆਇਆ ਸਤਿਗੁਰਾਂ ਦੇ ਮਹਿਲ ਮਾਤਾ ਦਮੋਦਰੀ ਜੀ ਜਿਨ੍ਹਾਂ ਦੇ ਪਰਲੋਕ ਜਾਣ ਦਾ ਸਮਾਂ ਹੋ ਆਇਆ ਹੈ, ਉਹਨਾਂ ਨੇ ਸੰਗਤ ਜੀ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਗਿਆ ਬਖਸ਼ਿਸ਼ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਪਣੇ ਚਰਨਾਂ ਦੇ ਨਾਲ ਸਦਾ ਪ੍ਰੇਮ ਜੋੜੀ ਰੱਖਣਾ, ਪ੍ਰੇਮ ਨਿਭ ਜਾਵੇ, ਐਸੀ ਮਿਹਰ ਭਰੀ ਦ੍ਰਿਸ਼ਟੀ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਜੀ ਇਹ ਜਿਹੜਾ ਸੰਸਾਰ ਹੈ ਇਹ ਤਾਂ ਇਸੇ ਤਰ੍ਹਾਂ ਆਵਾਗਾਉਣ ਵਾਲਾ ਹੀ ਹੈ। ਮਹਾਰਾਜ ਨੇ ਕਿਹਾ ਕਿ ਤੁਸੀਂ ਤਾਂ ਸਦਾ ਹੀ ਸਾਡੇ ਅੰਗ ਸੰਗ ਹੀ ਰਹੇ ਹੋ। ਗੁਰੂ ਘਰ ਦੀ ਤਾਂ ਬਹੁਤ ਵੱਡੀ ਭਾਰੀ ਮਹਿਮਾ ਹੈ। ਜਿੰਨੇ ਵੀ, ਚਾਹੇ ਕੋਈ ਪੁਰਖ ਹੈ ਚਾਹੇ ਕੋਈ ਇਸਤਰੀ ਹੈ, ਜਿੰਨੇ ਵੀ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਨਾਲ ਸ਼ਰਧਾ ਧਾਰੀ ਹੈ, ਉਹ ਕਹਿੰਦੇ ਪਰਮ ਗਤੀ ਨੂੰ ਪਾ ਕੇ ਸਾਡੇ ਲੋਕ ਵਿੱਚ ਹੀ ਚਲਿਆ ਜਾਂਦਾ ਹੈ। ਅਤੇ ਤੁਸੀਂ ਤਾਂ ਕਹਿੰਦੇ ਸਾਡੀ ਪਤਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਕਰਕੇ ਤੁਸੀਂ ਤਾਂ ਨਿਰਸ਼ੰਕ ਹੀ ਸੱਚਖੰਡ ਦੇ ਵਾਸੀ ਹੋ। ਸੋ ਇਸ ਪ੍ਰਕਾਰ ਤੁਹਾਡਾ ਸਾਡੇ ਨਾਲੋਂ ਕਦੀ ਵਿਛੋੜਾ ਨਹੀਂ ਹੈ। ਤੁਹਾਡੀ ਆਤਮਾ ਸਾਡੀ ਆਤਮਾ ਦੇ ਨਾਲ ਸਦਾ ਹੀ ਮਿਲੀ ਹੋਈ ਹੈ। ਬਾਕੀ ਆ ਜਿਹੜੇ ਸਰੀਰ ਨੇ ਦਿਸਣ ਵਾਲੇ, ਇਹਨਾਂ ਦੇ ਤਾਂ ਇਸੇ ਤਰ੍ਹਾਂ ਆਉਣਾ ਜਾਣਾ ਹੈ। ਇਹ ਕਦੀ ਆ ਗਏ ਕਦੀ ਚਲੇ ਗਏ, ਆਪੋ ਆਪਣੀ ਵਾਰੀ ਦੇ ਅਨੁਸਾਰ ਸਾਰਿਆਂ ਨੇ ਸੰਸਾਰ ਵਿੱਚੋਂ ਚਲੇ ਜਾਣਾ। ਇਹਦਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਮਾਤਾ ਜੀ ਸੁਣ ਕੇ ਖੁਸ਼ ਵੀ ਹੋਏ। ਸੋ ਸਮਾਂ ਹੋਇਆ ਹੈ, ਮਾਤਾ ਜੀ ਨੇ ਆਪਣਾ ਸਰੀਰ ਸ਼ਾਂਤ ਕੀਤਾ। ਸਾਰੇ ਪਰਿਵਾਰ ਦੇ ਵਿੱਚ ਬਹੁਤ ਹੀ ਵਿਰਾਗ ਆਇਆ ਕਿ ਮਾਤਾ ਦਮੋਦਰੀ ਜੀ ਸਨ ਹੁਣ ਸਭ ਤੋਂ ਵੱਡੇ। ਜਿਵੇਂ ਪਹਿਲਾਂ ਮਾਤਾ ਗੰਗਾ ਜੀ ਸਾਰਿਆਂ ਨੂੰ ਸਾਂਭਿਆ ਕਰਦੇ, ਇਸੇ ਤਰ੍ਹਾਂ ਹੀ ਮਾਤਾ ਦਮੋਦਰੀ ਜੀ ਸਾਰਿਆਂ ਦੀ ਸੁੱਖ ਸ਼ਾਂਤ ਲਿਆ ਕਰਦੇ, ਸਾਰਿਆਂ ਦੀ ਉਹਨਾਂ ਦੀ ਇੱਛਾ ਪੁੱਛਿਆ ਕਰਦੇ, ਉਹਨਾਂ ਨੂੰ ਐ ਭਰ ਕੇ ਭੰਡਾਰੇ ਦਿਆ ਕਰਦੇ ਸਨ। ਸੋ ਦੇਖ ਕੇ ਸਾਰੇ ਮਨ ਵਿੱਚ ਬੜੇ ਵਿਰਾਗ ਦੇ ਸਹਿਤ ਆਏ। ਸਾਰਾ ਪਰਿਵਾਰ ਜਿੰਨਾ ਵੀ ਹੈ ਉਹ ਵੀ ਵਿਰਾਗ ਦੇ ਵਿੱਚ ਆਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਹਰ ਚੰਦਨ ਦੀ ਚਿਖਾ ਚਣਵਾਈ ਅਤੇ ਉੱਥੇ ਲਿਜਾ ਕਰਾ ਕੇ ਸੰਸਕਾਰ ਹੋਇਆ ਹੈ। ਇਹ ਆਪਾਂ ਸੰਗਤ ਜੀ ਕੱਲ੍ਹ ਪ੍ਰਸੰਗ ਸਰਵਣ ਕੀਤਾ ਹੈ, ਜਿਵੇਂ ਮਾਤਾ ਦਮੋਦਰੀ ਜੀ ਸੱਚਖੰਡ ਨੂੰ ਪਧਾਰੇ ਨੇ। ਸੋ ਇਸ ਪ੍ਰਕਾਰ ਮਾਤਾ ਜੀ ਜਦੋਂ ਗਏ, ਸਮਾਂ ਪਾ ਕਰਕੇ ਸਾਈਂ ਦਾਸ ਜੀ, ਉਹਨਾਂ ਦੇ ਘਰੋਂ ਬੀਬੀ ਰਾਮੋ ਜੀ, ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਹੁਰੇ ਸਨ ਨਾਰਾਇਣ ਦਾਸ ਜੀ ਡੱਲੇ ਪਿੰਡ ਤੋਂ, ਉਹਨਾਂ ਦੇ ਘਰੋਂ ਮਾਤਾ ਦਇਆ ਕੌਰ ਜੀ, ਇਹ ਵੀ ਸਾਰੇ ਇੱਥੇ ਹੀ ਆਏ ਸੀ। ਸਾਰੇ ਦੇ ਸਾਰੇ ਇਹਨਾਂ ਨੇ ਸਮੇਂ ਅਨੁਸਾਰ ਪਰਲੋਕ ਗਮਨ ਕੀਤਾ ਹੈ। ਅੱਜ ਦੇ ਪ੍ਰਸੰਗ ਵਿੱਚ ਉਹਨਾਂ ਦੀਆਂ ਸਾਖੀਆਂ ਕੁਝ ਆ ਰਹੀਆਂ ਨੇ। ਫਿਰ ਜਿਵੇਂ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਇੱਥੋਂ ਇੱਧਰ ਕਰਤਾਰਪੁਰ ਵਾਲੇ ਪਾਸੇ ਭੇਜ ਦਿੰਦੇ ਨੇ ਅਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਗਲੀ ਜੰਗ ਦੀ ਤਿਆਰੀ ਵਾਸਤੇ ਤਿਆਰ ਹੋ ਜਾਂਦੇ ਨੇ। ਸੋ ਸੰਗਤ ਜੀ ਪ੍ਰਸੰਗ ਆ ਰਿਹਾ ਹੈ। ਆਓ ਮਨ ਦੇ ਵਿੱਚ ਸ਼ਰਧਾ ਭਾਵਨਾ ਧਾਰ ਕਰਕੇ ਜਿਵੇਂ ਗੁਰੂ ਕੇ ਜੀਵਨ ਦੀ ਸਾਖੀ ਆ ਰਹੀ ਹੈ, ਆਪਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਹ ਜਹ ਹੁਤੇ ਸਬੰਧ ਗੁਰ। ਸੋ ਸਮੇਂ ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਸੰਬੰਧ ਸਨ, ਭਾਵ ਜਿੱਥੇ ਜਿੱਥੇ ਵੀ ਰਿਸ਼ਤੇਦਾਰੀ ਸੀ, ਤਹ ਸੁਧ ਪਹੁੰਚਾਏ, ਉੱਥੇ ਉੱਥੇ ਇਹ ਸਾਰੀ ਖਬਰ ਪਹੁੰਚਾਈ ਗਈ। ਆਏ ਨਾਰਾਇਣ ਦਾਸ ਤਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਹੁਰੇ ਸਨ, ਮਾਤਾ ਦਮੋਦਰੀ ਜੀ ਦੇ ਪਿਤਾ ਜੀ ਨਾਰਾਇਣ ਦਾਸ ਜੀ, ਇਹ ਵੀ ਡੱਲੇ ਪਿੰਡ ਤੋਂ ਚੱਲ ਕੇ ਆਏ। ਹਾਂ, ਆਪਣੀ ਦਾਰਾ ਘਰ ਵਾਲੀ ਦਇਆ ਕੌਰ ਦੇ ਸਹਿਤ ਮਨ ਵਿੱਚ ਬੜੇ ਵਿਰਾਗਵਾਨ ਹੋਏ ਹਨ। ਰਾਮੂ ਪਤ ਕੇ ਸਹਿਤ ਦੁਖਾਰੀ। ਮਾਤਾ ਰਾਮੂ ਜੀ ਵੀ ਜਿਹੜੇ ਨੇ ਉਹ ਵੀ ਆਪਣੇ ਪਤੀ ਸਾਈਂ ਦਾਸ ਜੀ ਦੇ ਸਹਿਤ ਹੀ ਬੜੇ ਦੁੱਖ ਦੇ ਵਿੱਚ ਹਨ। ਉਹ ਦਿਨ ਮਹਿ ਪਰਲੋਕ
ਪਰਲੋਕ ਪਧਾਰੀ। ਉਹ ਵੀ ਕਹਿੰਦੇ ਮਾਤਾ ਰਾਮੂ ਜੀ ਕੁਝ ਕੁ ਦਿਨਾਂ ਦੇ ਵਿੱਚ ਹੀ ਫਿਰ ਪ੍ਰਲੋਕ ਗਮਨ ਕਰ ਗਏ ਐ। ਸਾਈਂ ਦਾਸ ਉਦਾਸ ਅਵਾਸਾ। ਬਾਬਾ ਸਾਈਂ ਦਾਸ ਜੀ ਵੀ ਆਪਣੇ ਘਰ ਦੇ ਵਿੱਚ ਕੁਝ ਕੁ ਉਪਰਾਮ ਹੀ ਰਹਿੰਦੇ ਹਨ, ਰਹਿਣ ਲੱਗ ਪਏ। ਪ੍ਰਾਨ ਤਿਆਗ ਕਰ ਗਇਓ ਤਮਾਸਾ। ਤੇ ਉਹ ਵੀ ਇਹ ਜਿਹੜਾ ਸੰਸਾਰ ਰੂਪ ਤਮਾਸ਼ਾ ਹੈ ਇਹਦੇ ਵਿੱਚੋਂ ਆਪਣੇ ਪ੍ਰਾਣ ਤਿਆਗ ਕਰਕੇ ਚਲੇ ਗਏ। ਪਾਵ ਸਾਈਂ ਦਾਸ ਜੀ ਵੀ ਪ੍ਰਲੋਕ ਗਮਨ ਕਰ ਸ੍ਰੀ ਗਏ। ਹਰਿ ਗੋਬਿੰਦ ਸ਼ੁਭ ਗਤ ਦੀਨ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਜਾਣ ਕਰਕੇ ਸਭਨਾਂ ਨੂੰ ਪਰਮ ਗਤੀ ਦਿੱਤੀ ਹੈ। ਮ੍ਰਿਤਕ ਕਿਰਿਆ ਗੁਰ ਦਿੱਤੇ ਕੀਨ। ਤੇ ਹੁਣ ਸਾਈਂ ਦਾਸ ਜੀ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ। ਭਾਵ ਉਹਨਾਂ ਦੇ ਅੰਦਰ ਕਿਤੇ ਸੰਤਾਨ ਦੀ ਇੱਛਾ ਹੀ ਨਹੀਂ ਪੈਦਾ ਹੋਈ ਸੀ। ਜਿਵੇਂ ਮਾਤਾ ਭੈਣ ਨਾਨਕੀ ਜੀ ਦੇ ਜੀਵਨ ਦੇ ਵਿੱਚ ਪ੍ਰਸੰਗ ਹੈ ਕਿ ਉਹਨਾਂ ਦੇ ਜੀਵਨ ਅੰਦਰ ਵੀ ਕਿਤੇ ਕੋਈ ਇਹੋ ਜਿਹੀ ਇੱਛਾ ਹੀ ਨਹੀਂ ਆਈ ਸੀ ਕਿ ਸਾਡੇ ਘਰ ਵੀ ਗਾਂ ਬੱਚੇ ਹੋਣ, ਪੁੱਤਰ ਆਵੇ। ਇਸੇ ਤਰ੍ਹਾਂ ਸਾਈਂ ਦਾਸ ਤੇ ਬੀਬੀ ਰਾਮੋ ਜੀ ਵੀ ਹਮੇਸ਼ਾ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹੀ ਲੱਗੇ ਰਹੇ ਸਦਾ। ਇੱਦਾਂ ਘਰ ਦੇ ਵਿੱਚ ਕਹਿੰਦੇ ਕੋਈ ਇਹਨਾਂ ਦੇ ਬੱਚਾ ਨਹੀਂ ਸੀ। ਤਦੋਂ ਫਿਰ ਜਿਹੜੀ ਇਹਨਾਂ ਦੀ ਮ੍ਰਿਤਕ ਕਿਰਿਆ ਸੀ ਸੰਸਕਾਰ ਆਦਿ ਦੀ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਕੀਤੀ। ਏਕ ਸੁਤਾ ਮ੍ਰਿਤ ਸੁਨ ਕਰ ਆਏ। ਉਸ ਸਮੇਂ ਨਾਰਾਇਣ ਦਾਸ ਜੀ ਜਿਨ੍ਹਾਂ ਨੇ ਸੁਣਿਆ ਕਿ ਸਾਡੀ ਇੱਕ ਪੁੱਤਰੀ ਪ੍ਰਲੋਕ ਗਮਨ ਕਰ ਗਈ ਹੈ, ਕੋ ਬਹੁਰੁਦ ਨਾਏ। ਜਦੋਂ ਕੀ ਦੇਖਿਆ ਕਿ ਇੱਥੇ ਆਏ ਹੈ ਡਰੋਲੀ ਪਿੰਡ ਵਿੱਚ, ਤੇ ਇਹਨੇ ਚਿੰਨੂ ਦੂਜੀ ਜਿਹੜੀ ਪੁੱਤਰੀ ਸੀ ਬੀਬੀ ਰਾਮੋ ਜੀ, ਉਹ ਵੀ ਪ੍ਰਲੋਕ ਗਮਨ ਕਰ ਗਏ। ਇੱਦਾਂ ਬਹੁਤ ਵਿਰਾਗ ਵਿੱਚ ਹੋਏ ਐ। ਦੁਤ ਬਸਿਓ ਨਾਰਾਇਣ ਦਾਸ। ਆ ਨਾਰਾਇਣ ਦਾਸ ਜੀ ਆਪਣੀ ਇਸਤਰੀਦਾਰ ਜਿਹੜੀ ਘਰਵਾਲੀ ਹੈ ਬੀਬੀ ਦਇਆ ਕੌਰ ਜੀ, ਉਹਨਾਂ ਦੇ ਨਾਲ ਮਿਲ ਕੇ ਇਸੇ ਪਿੰਡ ਵਿੱਚ ਹੀ ਕੁਝ ਸਮਾਂ ਰਹੇ। ਜਗਤ ਬਿਨਾਸੀ ਰਖਿਓ ਉਦਾਸ। ਆ ਸੰਸਾਰ ਨੂੰ ਕਹਿੰਦੇ ਨਾਸਵਾਨ ਜਾਣ ਲਿਆ ਹੈ, ਜਿਹਦੇ ਕਰਕੇ ਆਪਣੀ ਬਿਰਤੀ ਨੂੰ ਉਪਰਾਮ ਹੀ ਰੱਖਿਆ। ਦਿਨ ਥੋਰਨ ਮਹਿ ਤਿਆਗੇ ਤਰਨ। ਥੋੜੇ ਜਿਹੇ ਦਿਨਾਂ ਵਿੱਚ ਹੀ ਬਾਬਾ ਸਾਈਂ ਦਾਸ ਜੀ ਅਤੇ ਉਹਨਾਂ ਦੇ ਘਰੋਂ ਮਾਤਾ ਦਇਆ ਕੌਰ ਜੀ, ਉਹਨਾਂ ਨੇ ਵੀ ਇੱਥੇ ਹੀ ਪ੍ਰਾਣ ਤਿਆਗ ਦਿੱਤੇ। ਭਇਓ ਤਥਾ ਪਰਮੇਸ਼ਰ ਭਾਨਾ। ਆ ਜਿਵੇਂ ਕਹਿੰਦੇ ਪਰਮੇਸ਼ਰ ਦਾ ਭਾਣਾ ਸੀ, ਜਿਵੇਂ ਉਹਦੀ ਰਜ਼ਾ ਹੋਈ ਹੈ ਉਹ ਵਰਤ ਗਈ ਹੈ। ਭਾਵ ਸਾਰੇ ਇੱਥੇ ਆ ਕਰਕੇ ਪ੍ਰਲੋਕ ਗਮਨ ਕੀਤੇ। ਦਇਆ ਕੌਰ ਜੁਤ ਸ਼ੁਭ ਗਤ ਪਾਈ। ਆਪਣੀ ਘਰ ਵਾਲੀ ਦਇਆ ਕੌਰ ਜੀ ਦੇ ਸਹਿਤ ਕਹਿੰਦੇ ਬੜੀ ਸ਼ੁਭ ਗਤੀ, ਪਰਮ ਗਤੀ, ਗੁਰੂ ਕੇ ਲੋਕ ਦੀ ਪ੍ਰਾਪਤੀ ਪਾਉਣਾ ਕੀਤੀ ਹੈ। ਇਹ ਸਮਾਂ ਹੀ ਸੰਗਤ ਜੀ ਜਿਵੇਂ ਕਿੱਥੇ ਰਹਿੰਦੇ ਸੀ ਬਾਬਾ ਨਾਰਾਇਣ ਦਾਸ ਜੀ ਦਾ ਸੁਲਤਾਨਪੁਰ ਲੋਧੀ ਲਾਗੇ ਜਿਹੜਾ ਡੱਲਾ ਪਿੰਡ ਹੈ, ਉੱਥੋਂ ਆਪਣੀ ਪੁੱਤਰੀ ਮਾਤਾ ਦਮੋਦਰੀ ਦਾ ਪਤਾ ਚੱਲਿਆ ਕਿ ਉਹ ਪ੍ਰਲੋਕ ਗਮਨ ਕਰ ਗਏ ਹੈ। ਸੁਣ ਕੇ ਮਨ ਵਿੱਚ ਬੜਾ ਦੁੱਖ ਹੋਇਆ। ਡੱਲੇ ਤੋਂ ਚੱਲ ਕੇ ਤੇ ਡਰੌਲੀ ਪਿੰਡ ਪਹੁੰਚਦੇ ਨੇ। ਇੱਥੇ ਆਏ ਹੈ, ਇੱਕ ਪੁੱਤਰੀ ਦਾ ਸੁਣਿਆ ਸੀ ਕਿ ਪ੍ਰਲੋਕ ਗਮਨ ਕਰ ਗਈ। ਥੋੜ੍ਹੇ ਦਿਨਾਂ ਬਾਅਦ ਜਿਹੜੇ ਦੂਜੇ ਵੱਡੇ ਸਨ ਧੀ ਜਵਾਈ, ਉਹ ਵੀ ਅੱਖਾਂ ਦੇ ਸਾਹਮਣੇ ਪ੍ਰਲੋਕ ਗਮਨ ਕਰ ਗਏ। ਇਹ ਦੇਖ ਕੇ ਮਨ ਵਿੱਚ ਬੜਾ ਵਿਰਾਗ ਵੀ ਆਇਆ ਹੈ। ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਦਾ ਸਦਕਾ ਇਹ ਜਾਣ ਚੁੱਕੇ ਸਨ, ਕਿਉਂਕਿ ਇਹਨਾਂ ਦੇ ਸੰਗਤ ਜੀ ਘਰ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਹੈ। ਬਾਬਾ ਨਾਰਾਇਣ ਦਾਸ ਜੀ ਦੇ ਵੱਡ ਵਡੇਰੇ ਜਿਹੜੇ ਸੀ ਭਾਈ ਪਾਰੋ ਜੁਲਕਾ ਜੀ ਹੋਏ ਪਰਮਹੰਸ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਮ ਸੇਵਕ, ਤੇ ਉਹਨਾਂ ਦੇ ਨਾਲ ਸੰਗਤ ਜੀ ਬਚਨ ਹੋਏ ਸੀ ਗੁਰੂ ਸਾਹਿਬ ਜੀ ਦੇ। ਮਹਾਰਾਜ ਜੀ ਨੇ ਇੱਕ ਵਾਰ ਬਚਨ ਕੀਤਾ, ਭਾਈ ਪਾਰੋ ਜੀ ਅਸੀਂ ਤੁਹਾਡੀ ਸੇਵਾ 'ਤੇ ਬੜੇ ਖੁਸ਼ ਹਾਂ, ਤੇ ਸਾਡੇ ਮਨ ਦੀ ਇੱਛਾ ਹੈ ਕਿ ਜੋ ਗੁਰੂ ਨਾਨਕ ਦੀ ਗੁਰਤਾ ਗੱਦੀ ਹੈ ਉਹਨੂੰ ਤੁਹਾਨੂੰ ਦੇ ਦਈਏ। ਤਾਂ ਨਾਰਾਇਣ ਦਾਸ ਜੀ ਕਹਿੰਦੇ ਮਹਾਰਾਜ ਨਹੀਂ, ਇਹ ਜਿਹਦੀ ਵਸਤੂ ਉਹਨਾਂ ਨੂੰ ਦਿਓ, ਮੈਂ ਤਾਂ ਸੇਵਕ ਹਾਂ, ਮੈਨੂੰ ਸੇਵਾ ਹੀ ਦੱਸੋ, ਸਿੱਖੀ ਬਖਸ਼ਿਸ਼ ਕਰੋ। ਮਹਾਰਾਜ ਜੀ ਕਹਿੰਦੇ ਇਹ ਵੀ ਅਸਾਂ ਨੇ ਤੇਰੀ ਪਰਖ ਹੀ ਕੀਤੀ ਸੀ ਕਿ ਪਤਾ ਤੇਰੀ ਅਜੇ ਕਿੱਥੇ ਕੁ ਤੱਕ ਹੈ, ਅਜੇ ਵੀ ਉਹ ਮਨ ਵਿੱਚ ਰਾਜ ਭਾਗ ਦੀ ਇੱਛਾ ਹੈ ਕਿ ਨਹੀਂ, ਤੂੰ ਪਾਸ ਹੈ। ਸੋ ਇੱਦਾਂ ਕਹਿੰਦੇ ਕਿ ਤੇਰੇ ਨਾਲ ਸਾਡਾ ਬੜਾ ਪ੍ਰੇਮ ਹੈ, ਸਮਾਂ ਪਾ ਕੇ ਤੇਰੇ ਨਾਲ ਸਾਡੇ ਪਰਿਵਾਰ ਦਾ ਅੱਗੋਂ ਨਾਤਾ ਜੁੜ ਜਾਵੇਗਾ। ਸੋ ਇਸ ਪ੍ਰਕਾਰ ਸੰਗਤ ਜੀ ਫਿਰ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਫਿਰ ਵਿਆਹ ਇਹਨਾਂ ਦੀ ਅੰਸ਼ ਬੰਸ਼ ਦੇ ਵਿੱਚ ਹੀ ਹੋਇਆ ਸੀ। ਨਾਰਾਇਣ ਦਾਸ ਜੀ ਦੀ ਪੁੱਤਰੀ ਸੀ ਬੀਬੀ ਦਮੋਦਰੀ ਜੀ, ਉਹਨਾਂ ਦੇ ਨਾਲ ਹੋਇਆ। ਇਸ ਪ੍ਰਕਾਰ ਇਹ ਸੰਗਤ ਜੀ ਇੱਥੇ ਆਏ। ਆ ਕਰਕੇ ਜਦੋਂ ਦੇਖਿਆ ਕਿ ਪੁੱਤਰੀ ਚੜ੍ਹਾਈ ਕਰੀ, ਸਮਾਂ ਪਾ ਕੇ ਦੂਜੀ ਵੱਡੀ ਪੁੱਤਰੀ ਸੀ ਬੀਬੀ ਰਾਮੋ ਜੀ, ਅਤੇ ਉਹਨਾਂ ਦੇ ਘਰੋਂ ਪਤੀ ਸਾਈਂ ਦਾਸ ਜੀ, ਉਹ ਵੀ ਪ੍ਰਲੋਕ ਗਮਨ ਕਰ ਗਏ ਹੈ। ਇੱਦਾਂ ਕਹਿੰਦੇ ਪਰਮੇਸ਼ਰ ਦਾ ਭਾਣਾ ਹੋਇਆ, ਅਤੇ ਇਹ ਵੀ ਨਾਰਾਇਣ ਦਾਸ ਜੀ ਅਤੇ ਦਇਆ ਕੌਰ ਜੀ
ਸਮਾਂ ਪਾ ਕੇ ਇਹ ਵੀ ਉੱਥੇ ਪਰਲੋਕ ਗਮਨ ਕਰ ਗਏ। ਜਿਨ ਕੀ ਕੁਲ ਸਿੱਖੀ ਚਲ ਆਈ। ਜਿਨ੍ਹਾਂ ਦੀ ਕੁਲ ਦੇ ਵਿੱਚ ਬਹੁਤ ਕਹਿੰਦੇ ਸਮੇਂ ਤੋਂ ਗੁਰੂ ਅਮਰਦਾਸ ਜੀ ਤੋਂ ਸਿੱਖੀ ਚੱਲਦੀ ਆ ਰਹੀ ਹੈ। ਸਭ ਕੇ ਸਤਿਗੁਰ ਪੁਸ਼ਪ ਚੁਨਾਏ। ਇਹਦਾ ਸਾਰਿਆਂ ਦੇ ਜਦੋਂ ਸੰਗਤ ਜੀ ਚਿਖੇ ਜਿਹੜੀ ਚਿਤਾ ਬਲੀ ਸੀ, ਸਿਵੇ ਠੰਡੇ ਹੋਏ ਐ, ਉਹ ਸਾਰੀ ਜਿੰਨੀ ਵੀ ਉੱਥੇ ਸਵਾਹ ਸੀ ਉਹ ਇਕੱਠੀ ਕਰਾਈ। ਧਾਰ ਡੋਰੇ ਸੁਰ ਸਰ ਪਹੁੰਚਾਏ। ਇਹਦਾ ਕਹਿੰਦੇ ਉਹ ਪਾਲਕੀ ਜੀ ਵਿੱਚ ਬਿਠਾ ਰੱਖ ਕਰਕੇ ਤੇ ਜਿਵੇਂ ਬਿਆਸ ਦਰਿਆ ਹੈ ਉਧਰ ਪਹੁੰਚਾ ਦਿੱਤੀ ਹੈ, ਉਧਰ ਦਰਿਆ ਵਿੱਚ ਵਹਾ ਦਿੱਤੀ। ਸੁਨ ਸੁਨ ਜਿਤ ਕਿਤ ਤੇ ਚਲ ਆਏ। ਇਹਦਾ ਜਿੱਥੇ ਕਿੱਥੇ ਵੀ ਪਤਾ ਚੱਲਿਆ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰੋਂ ਮਹਿਲ ਮਾਤਾ ਦਮੋਦਰੀ ਜੀ ਵੀ ਪ੍ਰਲੋਕ ਗਮਨ ਕਰ ਗਏ। ਸਾਈਂ ਦਾਸ ਜੀ, ਬੀਬੀ ਰਾਮੋ ਜੀ ਤੇ ਮਹਾਰਾਜ ਜੀ ਦੇ ਸੱਸ ਤੇ ਸਹੁਰਾ ਉਹ ਵੀ ਪ੍ਰਲੋਕ ਗਮਨ ਕਰ ਗਏ ਹੈ। ਇਹ ਸੁਣ ਕੇ ਜਿੱਥੋਂ ਕਿੱਥੋਂ ਵੀ ਸਾਰੇ ਚੱਲ ਕੇ ਆਉਂਦੇ ਹਨ ਬਾਹੋ ਕੀ ਮ੍ਰਿਤ ਲਖ ਔਰ ਬਿਸਮਾਏ। ਤੇ ਬਹੁਤ ਸਾਰੇ ਪਰਿਵਾਰ ਦੀ ਇਕੱਠੀ ਇਦਾਂ ਕਹਿੰਦੇ ਮਿਰਤੂ ਜਾਣ ਕਰਕੇ ਮਨ ਵਿੱਚ ਬੜੇ ਹੈਰਾਨ ਵੀ ਹੁੰਦੇ ਆ ਕਿ ਇਹ ਕੀ ਭਾਣਾ ਵਾਪਰਿਆ ਹੈ, ਕਿੱਥੇ ਸਾਰੇ ਇਕੱਠੇ ਹੀ ਪਰਲੋਕ ਗਮਨ ਕਰ ਗਏ ਹਨ। ਬੈਠ ਸਤਿਗੁਰ ਸਭਾ ਲਗਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਡਰੌਲੀ ਪਿੰਡ ਵਿੱਚ ਹੀ ਬਹੁਤ ਸੋਹਣੀ ਸਭਾ ਲਾ ਕੇ ਸਤ ਸੰਗਤ ਸਜਾ ਕਰਕੇ ਬੈਠਦੇ ਐ। ਹੋਤ ਕੀਰਤਨ ਸੁਨ ਸਮੁਦਾਇ। ਕੀਰਤਨ ਹੋ ਰਿਹਾ ਹੈ, ਸਾਰੇ ਗੁਰਸਿੱਖ ਸੂਰਮੇ ਯੋਧੇ ਬੜੇ ਆਨੰਦ ਦੇ ਨਾਲ ਗੁਰੂ ਦੀ ਬਾਣੀ ਦਾ ਕੀਰਤਨ ਸੁਣਦੇ ਹਨ। ਹਰੀ ਚੰਦ ਆਇਓ ਯੁਤਦਾਰਾ। ਉਸ ਸਮੇਂ ਜਿਹੜਾ ਹੋਰ ਬਾਕੀ ਦਾ ਪਰਿਵਾਰ ਸੀ, ਬਾਬਾ ਹਰੀ ਚੰਦ ਜੀ ਤੇ ਉਹ ਵੀ ਆਪਣੀ ਪਤਨੀ ਦੇ ਸਹਿਤ ਆਏ। ਸਹਿਤ ਭਾਰਜ ਆਇਓ ਦੁਆਰਾ। ਦੂਜੇ ਭਾਈ ਦੁਆਰਾ ਦਾਸ ਜੀ ਜੋ ਮਾਤਾ ਮਰਵਾਹੀ ਜੀ ਦੇ ਪਿਤਾ ਜੀ ਸਨ, ਉਹ ਵੀ ਆਪਣੀ ਘਰਵਾਲੀ ਭਾਗਣ ਜੀ ਦੇ ਸਹਿਤ ਆਏ ਹਨ। ਪਹੁੰਚਿਓ ਸੁੰਦਰ ਪਰਮਾਨੰਦ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਮੰਸ ਵਿੱਚੋਂ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਇਹ ਵੀ ਪਹੁੰਚੇ ਐ। ਦਈ ਦਿਖਾਈ ਦਾਤੂ ਨੰਦ। ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਦੇ ਗਾਂ ਅੱਗੋਂ ਪੁੱਤਰ ਸੀ, ਉਹਨਾਂ ਨੇ ਵੀ ਆ ਕੇ ਦਿਖਾਈ ਦਿੱਤੀ, ਉਹ ਵੀ ਪਹੁੰਚੇ ਨੇ। ਰਾਮਾ ਤ੍ਰਿਆ ਸਹਿਤ ਚਲ ਆਇਓ। ਫਿਰ ਕਹਿੰਦੇ ਭਾਈ ਰਾਮਾ ਜੀ ਉਹ ਵੀ ਆਪਣੀ ਪਤਨੀ ਦੇ ਸਹਿਤ ਚੱਲ ਕੇ ਆਏ। ਧਰਮਾ ਸਭ ਕੁਟੰਬ ਲੈ ਆਇਓ। ਹਾਂ ਭਾਈ ਧਰਮਾ ਜੀ ਉਹ ਵੀ ਕਹਿੰਦੇ ਆਪਣਾ ਸਾਰਾ ਹੀ ਪਰਿਵਾਰ ਲੈ ਕੇ ਆ ਗਏ। ਪ੍ਰੇਮ ਚੰਦ ਲੈ ਦਾਰਾ ਸਾਜ। ਇਸੇ ਪ੍ਰਕਾਰ ਬਾਬਾ ਪ੍ਰੇਮ ਚੰਦ ਜੀ ਉਹ ਵੀ ਆਪਣੇ ਘਰਵਾਲੀ ਨੂੰ ਨਾਲ ਲੈ ਕਰਕੇ ਆਏ ਬਿਲੋਕੇ ਸ਼੍ਰੀ ਗੁਰਨਾਥ। ਤੇ ਉਹਨਾਂ ਨੇ ਵੀ ਕਹਿੰਦੇ ਆ ਕਰਕੇ ਤੇ ਸ੍ਰੀ ਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਕੀਤੇ ਮਹਾਰਾਜ ਜੀ ਦੇ। ਗੁਰੂ ਸੁਤਾ ਵੀਰ ਦਿਲ ਲਾਏ। ਸਤਿਗੁਰਾਂ ਦੀ ਕੋਈ ਇੱਕ ਸੁਪੁੱਤਰੀ ਹੈ ਬੀਬੀ ਵੀਰੋ ਜੀ, ਜੋ ਮੱਲੇ ਪਿੰਡ ਜੈਤੋ ਦੇ ਲਾਗੇ ਵਿਆਹੇ ਹੋਏ ਸਨ। ਉਹਨਾਂ ਨੂੰ ਪਤਾ ਲੱਗਾ ਹੈ, ਉਹ ਵੀ ਮਨ ਵਿੱਚ ਬੜੇ ਵਿਰਾਗ ਦੇ ਸਹਿਤ ਹੋਏ। ਜਨਨੀ ਮੈਂ ਪਿੱਛੀ ਨਾ ਆਏ। ਹਾਂ ਮਨ ਵਿੱਚ ਸੋਚਦੇ ਐ, ਵਿਰਲਾਪ ਕਰਦੇ ਕਿ ਹੇ ਮੇਰੀ ਮਾਤਾ ਦਮੋਦਰੀ ਜੀ, ਮੈਂ ਤੁਹਾਨੂੰ ਆ ਕੇ ਵੇਖਿਆ ਵੀ ਨਹੀਂ। ਸਕਲ ਮੇਲ ਮਿਲ ਕਰੀ ਪੁਕਾਰਾ। ਏਦਾਂ ਸਾਰੇ ਮੇਲ ਨੇ ਮਿਲ ਕਰਕੇ ਬੜੀ ਪੁਕਾਰ ਕੀਤੀ। ਜਨ ਕਰੁਣਾ ਸਰਤਾ ਕੀ ਧਾਰਾ। ਹਾਂ ਮਾਨੋ ਕਿ ਜੋ ਕਰੁਣਾ ਰਸ ਹੈ ਇਹ ਨਦੀ ਦੀ ਧਾਰਾ ਦੇ ਵਾਂਗ ਹੀ ਵਹਿ ਤੁਰਿਆ ਹੋਵੇ। ਸਿਮਰ ਸਿਮਰ ਗੁਣ ਕੋ ਰੁਦਨੰਤੇ। ਸਾਰੇ ਜਿਹੜੇ ਪਰਲੋਕ ਗਮਨ ਕਰ ਗਏ ਸਨ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਮਨ ਵਿੱਚ ਵਿਰਾਗ ਦੇ ਸਹਿਤ ਹੁੰਦੇ। ਉੱਚ ਪੁਕਾਰਤ ਬਹੁ ਬਿਲਲੰਤੇ। ਇਹਦਾ ਕਹਿੰਦੇ ਉੱਚੀ ਉੱਚੀ ਪੁਕਾਰਾਂ ਕਰਦੇ ਐ, ਬਹੁਤ ਵਿਰਲਾਪ ਕਰਦੇ ਹਨ। ਸਤਿਗੁਰ ਦਈ ਸਭਨ ਕੋ ਧੀਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਧੀਰਜਤਾ ਹੌਸਲਾ ਦਿੰਦੇ ਐ। ਰਤ ਐਸੀ ਜੋ ਧਰਤ ਸਰੀਰ। ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਇਹ ਤਾਂ ਐਸੀ ਹੋਈ ਗਤੀ ਹੈ ਸੰਸਾਰ ਦੀ। ਜਿਹੜਾ ਵੀ ਕੋਈ ਸਰੀਰ ਧਾਰੀ ਹੈ, ਸਰੀਰ ਧਾਰਨ ਕਰਦਾ ਸੰਸਾਰ ਦੇ ਅੰਦਰ, ਉਹਦੀ ਐਸੀ ਹੋਈ ਹਾਲਤ ਹੁੰਦੀ ਹੈ, ਇੱਕ ਦਿਨ ਜ਼ਰੂਰ ਜਾਣਾ ਪੈਂਦਾ। ਰੰਗੋ ਸਾਚ ਪਰਮੇਸ਼ਰ ਭਾਣਾ। ਇਸ ਕਰਕੇ ਪਰਮਾਤਮਾ ਦੇ ਭਾਣੇ ਨੂੰ ਸਦਾ ਹੀ ਸੱਚ ਕਰਕੇ ਜਾਣੋ। ਜੋ ਆਇਓ ਤਿਸ ਸਰ ਪਰ ਜਾਣਾ। ਜਿਹੜਾ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ, ਉਹਨੇ ਸਰ ਪਰ ਜ਼ਰੂਰ ਬਰ ਜ਼ਰੂਰ ਇੱਕ ਦਿਨ ਸੰਸਾਰ ਤੋਂ ਵਿਦਾ ਹੋ ਜਾਣਾ ਹੈ। ਜੋ ਆਇਆ ਸੋ ਜਾਸੀ। ਜਿਹੜਾ ਵੀ ਸੰਸਾਰ ਵਿੱਚ ਸੰਗਤ ਜੀ ਜਨਮਿਆ ਹੈ, ਉਹਨੇ ਇੱਕ ਦਿਨ ਜ਼ਰੂਰ ਬਰ ਜ਼ਰੂਰ ਚਲਿਆ ਹੀ ਜਾਣਾ ਹੈ। ਇਹ ਜਿਵੇਂ ਮਹਾਰਾਜ ਕਹਿੰਦੇ, ਉਹ ਜਗ ਧੂਏ ਕਾ ਪਹਾੜ। ਜਿਵੇਂ ਧੂਏ ਦਾ ਸੰਗਤ ਜੀ ਉੱਤੇ ਬੱਦਲ ਜਿਹਾ ਬਣ ਜਾਂਦਾ, ਪਹਾੜ ਜਿਹਾ ਦੇਖਣ ਨੂੰ ਐ ਲੱਗਦਾ ਜਿਵੇਂ ਬੜੇ ਸੋਹਣੇ ਪਹਾੜ ਹੁੰਦੇ, ਪਰ ਥੋੜ੍ਹੀ ਜਿਹੀ ਹਵਾ ਜਦੋਂ ਵੱਜਦੀ ਉਹਨਾਂ ਨੂੰ ਉਹ ਬੱਦਲ ਜੇ ਖਿੱਲਰ ਕਰਕੇ ਵੱਖਰੇ ਵੱਖਰੇ ਹੋ ਜਾਂਦੇ ਆ, ਸਾਡੇ ਦੇਖਦਿਆਂ ਹੀ।
ਬਿਲਕੁਲ ਇਸੇ ਤਰ੍ਹਾਂ ਹੀ ਆ ਸਾਡੇ ਸਰੀਰਾਂ ਦੀ ਹਾਲਤ ਹੈ। ਦੇਖਣ ਨੂੰ ਤਾਂ ਬੜੇ ਸੋਹਣੇ ਲੱਗਦੇ ਆ, ਜਦੋਂ ਮੌਤ ਰੂਪੀ ਹਵਾ ਚੱਲੀ ਤਾਂ ਉਸ ਸਮੇਂ ਇਹ ਵੀ ਸੰਗਤ ਜੀ ਖਿੱਲਰ ਪੁੱਲਰ ਹੀ ਜਾਣੇ ਸਾਰੇ, ਕੋਈ ਨਾਮੋ ਨਿਸ਼ਾਨ ਨਹੀਂ ਰਹਿ ਜਾਂਦਾ। ਹਾਂ, ਬਾਅਦ ਵਿੱਚ ਜਿਹੜੇ ਕੋਈ ਚੰਗੇ ਹੁੰਦੇ ਲੋਕ, ਉਹਨਾਂ ਦੇ ਗੁਣ ਚੇਤੇ ਕੀਤੇ ਜਾਂਦੇ ਕੁਝ ਸਮੇਂ ਦੇ ਵਾਸਤੇ, ਨਹੀਂ ਤਾਂ ਪੁੱਛਿਆ ਨਹੀਂ ਜਾਂਦਾ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਭਾਈ, ਇਹ ਜਿਹੜਾ ਵੀ ਸੰਸਾਰ ਵਿੱਚ ਆਇਆ ਹੈ ਉਹਨੇ ਸਰ ਪਰ ਜ਼ਰੂਰ ਇੱਥੋਂ ਜਾਣਾ ਇੱਕ ਦਿਨ। ਆਪਨੋ ਆਪ ਨਹੀਂ ਥਿਰ ਹੋਏ। ਦੇਖੋ, ਜਦੋਂ ਸਾਡਾ ਆਪਣਾ ਆਪ ਹੀ ਇਹ ਸੰਸਾਰ ਦੇ ਵਿੱਚ ਸਥਿਤ ਨਹੀਂ ਹੋਣਾ, ਭਾਵ ਆਪਣੇ ਆਪ ਕੋ ਨਹੀਂ ਟਿਕਿਆ ਜਾਣਾ, ਕਾਹੇ ਕੋ ਪਰ ਹਿਤ ਰੋਏ। ਫਿਰ ਕਾਹਦੇ ਵਾਸਤੇ ਕਹਿੰਦੇ ਕਿ ਪਰਾਇਆਂ ਦੇ ਲਈ ਭਾਈ ਆਪਾਂ ਰੋ ਰਹੇ ਹਾਂ, ਕਾਹਨੂੰ ਬਰਾਕ ਕਰਦੇ ਹਾਂ, ਜਦੋਂ ਆਪਾਂ ਹੀ ਸੰਸਾਰ 'ਚ ਨਹੀਂ ਰਹਿਣਾ ਹੈ। ਆਪਾਂ ਵੀ ਇੱਕ ਦਿਨ ਸੰਸਾਰ ਦੇ ਵਿੱਚੋਂ ਚਲੇ ਜਾਣਾ, ਵਿਦਾ ਹੋ ਜਾਣਾ ਹੈ। ਗ੍ਰੰਥ ਸਾਹਿਬ ਪਠਵਾਇਓ। ਉਸ ਸਮੇਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਦਸਵੇਂ ਭੋਗ ਪਵਾਇਓ। ਇੱਦਾਂ ਕਹਿੰਦੇ 10ਵੇਂ ਕੁ ਦਿਨ ਨੂੰ ਕਰਦਿਆਂ ਹੋਇਆਂ ਭੋਗ ਪਵਾਏ ਐ। ਪੰਚਾਮ੍ਰਿਤ ਅਗ ਕੈ ਕਰਵਾਇਓ। ਭੋਗ ਤੋਂ ਬਾਅਦ ਕਹਿੰਦੇ ਬਹੁਤ ਭਾਰੀ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਵਰਤਾਈ। ਕੋਈ ਸ਼ੋਕ ਸਭ ਵਰਤਾਇਓ। ਸਾਰਿਆਂ ਦਾ ਸ਼ੋਕ ਜਿਹੜਾ ਸੀ, ਗਮ ਸੀ, ਉਹ ਦੂਰ ਕਰਕੇ ਸਾਰਿਆਂ ਵਿੱਚ ਖੁੱਲਾ ਪ੍ਰਸ਼ਾਦ ਵਰਤਾਇਆ ਗਿਆ। ਅਗਿ ਦਾਨ ਦੀਸ ਸਭ ਕਾਰਨ। ਇਹਦਾ ਕਹਿੰਦੇ ਸਾਰਿਆਂ ਨੂੰ ਜਿੰਨਾ ਕੋ ਸਰਦਾ ਬਣਦਾ ਸੀ ਦਾਨ ਪੁੰਨ ਦਿੱਤਾ ਹੈ। ਪ੍ਰਿਥਕ ਕਰ ਨਾਮ ਉਚਾਰਨ। ਵੱਖਰਿਆਂ ਉਹਨਾਂ ਦਾ ਨਾਮ ਉਚਾਰਨ ਕਰਕੇ। ਗੁਰ ਦਿੱਤੇ ਪਾਗ ਬੰਧਾਈ। ਇਹਦਾ ਕਹਿੰਦੇ ਬਾਬੇ ਗੁਰਦਿੱਤੇ ਜੀ ਨੂੰ ਉਹ ਫਿਰ ਪੱਗ ਬਣਾਉਣਾ ਕੀਤੀ ਹੈ। ਗਾਈ ਸਭਨ ਹੋਈ ਸਮੁਦਾਈ। ਹਾਂ, ਸਾਰਿਆਂ ਨੇ ਦਿੱਤੀ, ਜਿਹਦੇ ਕਰਕੇ ਪੱਗਾਂ ਬਹੁਤੀਆਂ ਇਕੱਠੀਆਂ ਹੋ ਗਈਆਂ। ਰਹਿਓ ਮੋਲ ਕੇਤਕ ਦਿਨ ਪਾਸ। ਇਹਦਾ ਕਹਿੰਦੇ ਵੀ ਕੁਝ ਕੁ ਦਿਨ ਸਾਰਾ ਮੇਲ ਜਿੰਨਾ ਵੀ ਸੀ ਉੱਥੇ ਪਾਸ ਹੀ ਰਿਹਾ ਮਹਾਰਾਜ ਜੀ ਦੇ। ਸਾਰੇ ਜਾਗੇ ਭੋਜਨ ਕੇ ਰਾਸ। ਬਹੁਤ ਸਾਰੇ ਕਹਿੰਦੇ ਭੋਜਨਾਂ ਦੇ ਮਾਨੋ ਜਾਗੀ ਭੰਡਾਰੇ ਤਿਆਰ ਕੀਤੇ ਸਨ। ਮਿੱਤਰ ਸਾਧ ਸਿੱਖ ਸੰਗਤ ਸਾਰੇ। ਕੀ ਵਿਪਰ ਬ੍ਰਾਹਮਣ, ਕੋਈ ਸਿੱਖ ਸਾਧੂ ਮਹਾਤਮਾ ਜਿੰਨੇ ਵੀ ਸਾਰੇ ਸਨ। ਅਸ਼ਟ ਰਸਨ ਕੇ ਸਵਾਦ ਆਹਾਰੇ। ਇਹਨਾਂ ਸਾਰਿਆਂ ਨੂੰ 6 ਰਸਾਂ ਦੇ ਖੱਟੇ ਮਿੱਠੇ ਸਲੂਣੇ, ਇਸੇ ਤਰ੍ਹਾਂ ਚਟਪਟੇ ਜੇ ਇਤਿਆਦਿ ਇਹੋ ਜਿਹੇ ਭੋਜਨ ਤਿਆਰ ਕਰਕੇ ਦਿੱਤੇ ਐ। ਪੂਰ ਕਾ ਬਰੇ ਪਕੌੜੇ। ਪੂਪ ਪੂੜੇ ਪੂੜੀਆਂ, ਇਸੇ ਤਰ੍ਹਾਂ ਵੜੇ ਤੇ ਫਿਰ ਪਕੌੜੇ ਇਤਿਆਦਿਕ ਚੀਜ਼ਾਂ ਬਣਾਈਆਂ। ਵਿੱਚ ਧਨ ਸੌ ਦਦ ਮਹਿ ਬੋਰੇ। ਫਿਰ ਕਹਿੰਦੇ ਦਹੀਂ ਦੇ ਵਿੱਚ ਮਿਰਚਾਂ ਧਨੀਆ ਇਤਿਆਦਿਕ ਇਹ ਚੀਜ਼ਾਂ ਪਾਉਣੀਆਂ ਕੀਤੀਆਂ। ਕਨ ਪੰਕਤ ਬੈਠਾਏ ਅਚਾਵਤ। ਬਹੁਤ ਸਾਰੀਆਂ ਪੰਗਤਾਂ ਲੱਗੀਆਂ, ਸਾਰਿਆਂ ਨੂੰ ਬਿਠਾ ਕਰਕੇ ਤੇ ਭੋਜਨ ਛਕਾਇਆ। ਮਨ ਭਾਵਤ ਲੈ ਸਭ ਹੀ ਖਾਵਤ। ਸਾਰੇ ਜਿੰਨੇ ਵੀ ਪ੍ਰਾਣੀ ਹਾਜ਼ਰ ਹੋਏ ਸਨ, ਸਭਨਾਂ ਨੇ ਮਨ ਭਾਉਂਦਾ ਹੋਇਆ ਪਦਾਰਥ ਛਕਣਾ ਕੀਤਾ। ਉਨ ਸਭ ਹਿਨ ਕੋ ਦਰਬ ਦਿਵਾਇਓ। ਫਿਰ ਸਾਰੇ ਜਿੰਨੇ ਵੀ ਕੁਝ ਉਹਨਾਂ ਵਿੱਚੋਂ ਸੰਗਤ ਜੀ ਕੋ ਮੰਗਤੇ ਲੋਕ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਧਨ ਦਿਵਾਇਆ। ਹਰਖਤ ਹੋਏ ਮੁਖ ਜਸ ਗਾਇਓ। ਸਾਰੇ ਬੜੇ ਖੁਸ਼ ਹੋਏ ਨੇ ਤੇ ਮੁਖ ਰਾਹੀਂ ਗੁਰੂ ਕਾ ਜਸ ਗਾਉਣਾ ਕੀਤਾ। ਇਨ ਸਭ ਸ਼ੋਕ ਨਿਵਾਰਨ ਕੀਨੋ। ਇਦਾਂ ਸਾਰਿਆਂ ਦਾ ਜਿਹੜਾ ਸ਼ੋਕ ਲੱਗਾ ਸੀ, ਗਮ ਲੱਗਾ ਸੀ ਕਿ ਇੰਨਾ ਇਕੱਠਾ ਹੀ ਪਰਿਵਾਰ ਸਾਰਾ ਹੀ ਪਰਲੋਕ ਗਮਨ ਕਰ ਗਿਆ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ। ਸਕਲ ਮੇਲ ਕੋ ਧੀਰਜ ਦੀਨ। ਸਾਰਾ ਜਿੰਨਾ ਵੀ ਮੇਲ ਇਕੱਠਾ ਹੋਇਆ ਸੀ, ਸਾਰਿਆਂ ਨੂੰ ਮਹਾਰਾਜ ਨੇ ਬੜਾ ਧੀਰਜ ਦਾ ਹੌਸਲਾ ਦੇਣਾ ਕੀਤਾ। ਨਿਜ ਨਿਜ ਸਦਨ ਚਲੇ ਮਿਲ ਸਾਰੇ। ਇਦਾਂ ਸਾਰੇ ਫਿਰ ਆਪਸ ਵਿੱਚ ਮਿਲ ਕਰਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ। ਗੁਰੂ ਵਿਸਰਜਨ ਕਰੇ ਸਿਧਾਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਦਾ ਕੀਤੇ ਤੇ ਮਹਾਰਾਜ ਜੀ ਦੇ ਵਿਦਾ ਕੀਤੇ ਹੋਏ ਅੱਗੇ ਤੁਰ ਪਏ। ਸੁੰਦਰ ਪਰਮਾਨੰਦ ਬਿਆਨੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਬੰਸ ਵਿੱਚੋਂ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਇਹ ਵੀ ਚਲੇ ਗਏ। ਹਰੀ ਚੰਦ ਦੁਆਰਾ ਪ੍ਰਸਥਾਨੇ। ਬਾਬਾ ਹਰੀ ਚੰਦ ਜੀ ਜੋ ਮਾਤਾ ਨਾਨਕੀ ਜੀ ਦੇ ਪਿਤਾ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ ਲੱਗਦੇ ਸੀ, ਤੇ ਦੁਆਰਾ ਜੀ ਜੋ ਮਾਤਾ ਮਰਵਾਹੀ ਜੀ ਦੇ ਪਿਤਾ ਜੀ ਸਨ, ਜੋ ਸੂਰਜਮਲ ਜੀ ਦੇ ਨਾਨਾ ਜੀ ਲੱਗਦੇ ਸਨ, ਇਹਦਾ ਕਹਿੰਦੇ ਵੀ ਚਲੇ ਗਏ ਹਨ। ਰਾਮਾ ਧਰਮਾ ਲੈ ਪਰਵਾਰੇ। ਫਿਰ ਇਸੇ ਤਰ੍ਹਾਂ ਭਾਈ ਰਾਮਾ ਜੀ, ਭਾਈ ਧਰਮਾ ਜੀ ਇਹ ਵੀ ਆਪਣੇ ਪਰਿਵਾਰ ਨੂੰ ਲੈ ਕੇ ਆਪੋ ਆਪਣੇ ਸਦਨ ਸਿਧਾਰੇ। ਆਪੋ ਆਪਣੇ ਘਰਾਂ ਨੂੰ ਚਲੇ ਗਏ। ਗੁਰੂ ਸੁਤਾ ਕੋ ਧੀਰਜ ਦੀਨ।
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਨੂੰ ਵੀ ਧੀਰਜਤਾ ਦਿੱਤੀ। ਆਦਰ ਸੰਗ ਵਿਸਰਜਨ ਕੀਨ ਬੜੇ ਸਤਿਕਾਰ ਦੇ ਨਾਲ ਆਪਣੀ ਲੜਕੀ ਨੂੰ ਵੀ ਵਿਦਾ ਕੀਤਾ ਹੈ। ਸਕਲ ਮੇਲ ਨਿਜ ਨਿਜ ਘਰ ਗਏ ਇਦਾਂ ਸਾਰਾ ਜਿੰਨਾ ਵੀ ਮੇਲ ਸੀ ਆਇਆ ਹੋਇਆ ਇਕੱਠ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਾਰੇ। ਉਨ ਦਿਨ ਕਿਤਕ ਬਿਤਾਵਤ ਭਏ ਇਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਕੁਝ ਕੁ ਦਿਨ ਬਤੀਤ ਕੀਤੇ ਹਨ। ਬੈਠ ਏਕਾਂਤੀ ਗੁਰੂ ਭਗਵਾਨ ਗੁਰੂ ਭਗਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਇਕਾਂਤ ਦੇ ਵਿੱਚ ਬੈਠੇ ਹੋਏ ਐ। ਸਮੈ ਭਵਿੱਖੇ ਵਿਚਾਰਨ ਠਾਨ ਮਹਾਰਾਜ ਜੀ ਨੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਨੂੰ ਵਿਚਾਰਨਾ ਕੀਤਾ। ਕਰਵੇ ਚਾਹੀਏ ਜੰਗ ਅਖਾਰੇ ਮਹਾਰਾਜ ਕਹਿੰਦੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੰਗ ਕਰਨਾ ਚਾਹੀਦਾ ਹੈ। ਜੇ ਬੀਤੇ ਹੋਰੇ ਪਤੁਰ ਕਨ ਮਾਰੇ ਬਹੁਤ ਸਮਾਂ ਹੋ ਗਿਆ ਜਿਹੜੇ ਤੁਰਕ ਸੀ ਦੁਸ਼ਮਣ ਇਹਨਾਂ ਨੂੰ ਮਾਰਿਆ। ਪਾਣੀ ਸਿਆਨ ਨਹਿ ਸ਼ਾਹੋ ਪਠਾਵੇ ਹੁਣ ਜਿਹੜਾ ਸ਼ਾਹ ਹੈ ਜਿਹੜਾ ਸ਼ਾਹ ਜਹਾਂ ਹੈ ਬਹੁਤੀ ਸੈਨਾ ਤਾਂ ਨਹੀਂ ਭੇਜੇਗਾ, ਕਾਂ ਵਜੀਰ ਸਿੱਖ ਕਹਿ ਸਮਝਾਵੇ ਕਿਉਂਕਿ ਸਾਡਾ ਇੱਕ ਸਿੱਖ ਹੈ ਵਜ਼ੀਰ ਖਾਂ, ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਗੱਲਾਂ ਕਹਿੰਦਾ ਹੈ। ਅਬ ਕੇ ਆਸ ਕਰ ਹੋ ਕਮ ਸਾਨਾ ਸਤਿਗੁਰੂ ਜੀ ਕਹਿੰਦੇ ਹੁਣ ਦੇ ਸਮੇਂ ਵਿੱਚ ਇਸ ਤਰ੍ਹਾਂ ਬੜਾ ਘਮਸਾਨ ਦਾ ਯੁੱਧ ਕਰਾਂਗੇ। ਹਰ ਹਰ ਕੰਪ ਉਠੇ ਤੁਰ ਕਾਨਾ ਜਿਹਨੂੰ ਯੁੱਧ ਨੂੰ ਦੇਖ ਕਰਕੇ ਤੁਰਕ ਥਰ ਥਰ ਕੰਬ ਉੱਠਣਗੇ। ਸਭ ਕੁਟੰਬ ਤੇ ਬਨੇ ਨਿਰਾਲੇ ਆਸ ਕੇ ਕਹਿੰਦੇ ਸਾਰਾ ਜਿੰਨਾ ਵੀ ਕਾਰਜ ਹੈ ਜੰਗ ਜੋਧਾ ਇਹ ਤੁਹਾਨੂੰ ਪਰਿਵਾਰ ਤੋਂ ਥੋੜਾ ਜਿਹਾ ਪਾਸੇ ਰਹਿ ਕੇ ਕੰਮ ਬਣ ਸਕਦਾ ਹੈ। ਅਬ ਕਰ ਹੈ ਨਿਤ ਸ਼ਸਤਰ ਉਠਾਲੇ ਪਹਿਲਾਂ ਪਰਿਵਾਰ ਨੂੰ ਇੱਕ ਪਾਸੇ ਕਰਾਂਗੇ ਫਿਰ ਅਸੀਂ ਸ਼ਸਤਰਾਂ ਨੂੰ ਚੱਕਾਂਗੇ। ਵਿਚਾਰ ਬੜ ਪੁੱਤਰ ਹਕਾਰਾ ਏਦਾਂ ਵਿਚਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕੋਲੇ ਬੁਲਾਇਆ। ਸਾਦਰ ਨਿਜ ਸਮੀਪ ਬੈਠਾਰਾ ਬੜੇ ਆਦਰ ਦੇ ਨਾਲ ਆਪਣੇ ਕੋਲ ਬਿਠਾਉਣਾ ਕੀਤਾ। ਸਗਲ ਗਾਥ ਨੀਕੇ ਸਮਝਾਈ ਸਾਰੀ ਜਿੰਨੀ ਵੀ ਗੱਲਬਾਤ ਸੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣਾ ਕੀਤੀ। ਇਹਾਂ ਰਹਿਨ ਅਬ ਨਹਿ ਮਨ ਭਾਈ ਮਹਾਰਾਜ ਜੀ ਕਹਿੰਦੇ ਕਿ ਹੁਣ ਇਸ ਥਾਂ ਤੇ ਰਹਿਣਾ ਮਨ ਨੂੰ ਭਾਉਂਦਾ ਨਹੀਂ ਹੈ। ਕਰ ਸੰਗ ਸਰਬ ਪਰਿਵਾਰਾ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਕਿ ਪੁੱਤਰ ਜੀ ਤੁਸੀਂ ਬਾਕੀ ਜਿੰਨਾ ਆਪਣਾ ਪਰਿਵਾਰ ਹੈ ਸਾਰਾ ਇਹਨੂੰ ਲੈ ਕਰਕੇ ਬਸੋ ਸ਼ੇਮ ਸੋ ਪੁਰ ਕਰਤਾਰਾ ਤੇ ਜਿਹੜਾ ਕਰਤਾਰਪੁਰ ਹੈ ਜਲੰਧਰ ਦੇ ਨੇੜੇ ਉੱਥੇ ਬੜੇ ਸੁੱਖ ਆਨੰਦ ਦੇ ਨਾਲ ਜਾ ਕੇ ਵਸਣਾ ਕਰੋ। ਸਭ ਕੀ ਸੁਧ ਲੇਵਤ ਤੋਹਿ ਰਹੀ ਹਾਂ ਤੁਸੀਂ ਹੁਣ ਵੱਡੇ ਹੋ ਸਾਰੇ ਪਰਿਵਾਰ ਦੀ ਤੁਸੀਂ ਹੀ ਖਬਰਸਾਰ ਲੈਂਦੇ ਰਹਿਣਾ। ਸਹਿਤ ਸੋ ਦੇਹੋ ਭਲੋ ਨਿਰਭਈਆ ਹੋ ਕਹਿੰਦੇ ਜੋ ਕੋਈ ਚਾਵੇ ਉਹੀ ਤੁਸੀਂ ਦੇਣਾ ਹੈ, ਇਦਾਂ ਬੜੇ ਸੋਹਣੇ ਤਰੀਕੇ ਦੇ ਨਾਲ ਨਿਰਵਾਹ ਕਰਨਾ। ਹਮਰੇ ਸੰਗ ਚਮੂ ਅਬ ਭਾਰੀ ਹੁਣ ਇੱਥੇ ਸਾਡੇ ਨਾਲ ਬਹੁਤ ਭਾਰੀ ਸਿੱਖ ਯੋਧਿਆਂ ਦੀ ਫੌਜ ਹੈ। ਨਿਜ ਰਹਿਣਗੇ ਇਸ ਦੇਸ਼ ਮਝਾਰੀ ਅਸੀਂ ਹੁਣ ਇਸੇ ਦੇਸ਼ ਮਾਲਵੇ ਦੇ ਵਿੱਚ ਹੀ ਕੁਝ ਸਮਾਂ ਵਿਚਰਨਾ ਕਰਾਂਗੇ। ਤ੍ਰਿਣ ਅਰ ਅੰਨ ਹੈ ਸਮੁਦਾਇ ਇੱਥੇ ਪਸ਼ੂਆਂ ਵਾਸਤੇ ਬਹੁਤ ਸਾਰਾ ਘਾਹ ਪੱਠਾ ਹੈਗਾ ਹੈ, ਫਿਰ ਫੌਜਾਂ ਵਾਸਤੇ ਵੀ ਅੰਨ ਚੰਗਾ ਹੈ, ਸੁਬਤ ਸੋਭਾਹਨ ਸੁਖ ਕੋ ਪਾਏ ਜਿਹਦੇ ਕਰਕੇ ਸਾਡੇ ਸੂਰਮੇ ਅਤੇ ਜਿੰਨੇ ਵੀ ਵਾਹਨ ਸਵਾਰੀਆਂ ਹੈ ਸਾਰੇ ਸੁਖ ਪਾਉਣਗੇ। ਸ੍ਰੀ ਗੁਰ ਦਿੱਤੇ ਜੋਰੇ ਹਾਥ ਉਸ ਸਮੇਂ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਦੋਨੇ ਹੱਥ ਜੋੜੇ, ਬੋਲਿਓ ਅਨਸਾਰੀ ਪਿਤਨਾ ਫਿਰ ਆਪਣੇ ਮਾਲਕ ਪਿਤਾ ਸਤਿਗੁਰਾਂ ਦੇ ਅਨੁਸਾਰ ਅੱਗੋਂ ਬੇਨਤੀ ਦੇ ਬਚਨ ਕਹੇ। ਰਾਵਰ ਕੀ ਮਰਜ਼ੀ ਹੋ ਮਹਾਰਾਜ ਬਾਕੀ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ। ਹਮ ਸਭ ਕੋ ਨੀਕੀ ਸਦ ਸੋ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਉਹੀ ਸਦਾ ਹੀ ਚੰਗੀ ਲੱਗਦੀ ਹੈ। ਤਾਉ ਬੇਨਤੀ ਕਹੋ ਸੁਨਾਈ ਤਦ ਵੀ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਸੁਣਾ ਕੇ ਕਹਿੰਦਾ ਹਾਂ। ਜਬ ਤੁਰਕਨ ਸੋ ਪਰਹਿ ਲੜਾਈ ਜਦੋਂ ਮਹਾਰਾਜ ਆਪ ਜੀ ਦਾ ਤੁਰਕਾਂ ਦੇ ਨਾਲ ਜੰਗ ਯੁੱਧ ਪੈ ਜਾਵੇ, 3 ਦਿਵਸ ਸੁਧ ਕਰੋ ਅਗਾਰੀ ਆਪ ਜੀ ਨੇ ਮਹਾਰਾਜ ਕਿਰਪਾ ਕਰਨੀ ਮੈਨੂੰ 3 ਦਿਨ ਜੰਗ ਤੋਂ ਪਹਿਲਾਂ ਖਬਰ ਪਹੁੰਚਾ ਦੇਣੀ। ਤਦ ਆਵੋ ਮੈਂ ਨਿਕਟ ਤੁਮਾਰੀ ਤਦੋਂ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਮੈਂ ਕਰਤਾਰਪੁਰ ਤੋਂ ਚੱਲ ਕੇ ਤੁਹਾਡੇ ਕੋਲ ਆ ਜਾਵਾਂਗਾ, ਆਪਣਾ ਮੋਹਿਨ ਜੰਗ ਦਿਖਾਵਾ ਕਿਉਂਕਿ ਸੱਚੇ ਪਾਤਸ਼ਾਹ ਜੀ ਦੋ ਤੁਸਾਂ ਨੇ ਪਹਿਲਾਂ ਜੰਗ ਕਰ ਲਏ ਹੈ, ਹੁਣ ਤੱਕ ਮੈਨੂੰ ਕੋਈ ਜੰਗ ਨਹੀਂ ਦਿਖਾਇਆ, ਮੈਂ ਵੀ ਕੋਈ ਜੌਹਰ ਦਿਖਾ ਨਹੀਂ ਸਕਿਆ ਜੰਗ ਦੇ ਵਿੱਚ। ਕਰਬੇ ਕਹੋ ਮਮ ਮਨ ਲਲਚਾਵਾ ਹੁਣ ਮਹਾਰਾਜ ਮੇਰਾ ਵੀ ਜੰਗ ਕਰਨ ਨੂੰ ਬੜਾ ਹੀ ਮਨ ਚਾਹੁੰਦਾ ਹੈ, ਲਲਚਾਉਂਦਾ ਹੈ। ਸੁਨੇ ਵੀਰ ਰਸ ਕੇ ਸੁਤ ਬੈਨ
ਇੱਦਾਂ ਜਦੋਂ ਬੜੇ ਵੀਰ ਰਸ ਵਿੱਚ ਬਾਬਾ ਗੁਰਦਿੱਤਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਆਪਣੇ ਪੁੱਤਰ ਦੇ ਵੀਰ ਰਸ ਵਾਲੇ ਬਚਨ ਸੁਣ ਕੇ ਕਮਲ ਬਨਿੰਦ ਪ੍ਰਫੁੱਲਤ ਨੈਣ ਆ ਕਮਲ ਦੇ ਵਰਗੇ ਜਿਹੜੇ ਸਤਿਗੁਰਾਂ ਦੇ ਨੇਤਰ ਹੈ, ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਐ ਮਹਾਰਾਜ ਜੀ ਦੇ ਨੇਤਰ ਕਮਲ ਖਿੜੇ। ਹੋਏ ਪ੍ਰਸੰਨ ਮੁਖ ਬਾਟ ਉਚਾਰਾ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਆਪਣੇ ਸੁਪੁੱਤਰ ਦੇ ਐਸੇ ਬਚਨ ਸੁਣ ਕਰਕੇ, ਤੇ ਮਹਾਰਾਜ ਜੀ ਨੇ ਫਿਰ ਆਪਣੇ ਮੁਖੋਂ ਬਚਨ ਕੀਤਾ। ਕਿਉਂ ਸੰਗਤ ਜੀ, ਆਮ ਆਪਾਂ ਸੰਸਾਰ ਸਮਾਜ ਵਿੱਚ ਰਹਿੰਦੇ ਦੇਖਦੇ ਆਂ, ਜਦੋਂ ਕੋਈ ਪਿਤਾ, ਜਿਵੇਂ ਆਮ ਲਾ ਲਓ, ਕੋਈ ਪਿਤਾ ਕੰਮ ਕਰਦਾ, ਨੌਕਰੀ ਕਰਦਾ, ਪੁੱਤਰ ਜਵਾਨ ਹੋ ਗਿਆ ਹੋਵੇ, ਤੋ ਆਖੇ ਪਿਤਾ ਜੀ ਕੱਲ ਨੂੰ ਸਵੇਰ ਨੂੰ ਮੈਂ ਤੁਹਾਡੇ ਨਾਲ ਜਾ ਕੇ ਤੁਹਾਡੇ ਕੰਮ ਵਿੱਚ ਹੱਥ ਵਟਾਵਾਂਗਾ, ਤਾਂ ਪਿਤਾ ਦੇ ਤਾਂ ਸੰਗਤ ਜੀ ਉਸੇ ਸਮੇਂ ਹੀ ਜਾਨ 'ਚ ਜਾਨ ਪੈ ਜਾਂਦੀ ਹੈ। ਤੋ ਇੱਦਾਂ ਜਦੋਂ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿ ਮਹਾਰਾਜ ਤੁਹਾਡੀ ਜੰਗ ਲੱਗਣੀ ਹੈ, ਤੇ ਮੈਂ ਤੁਹਾਡਾ ਵੱਡਾ ਸਾਹਿਬਜ਼ਾਦਾ ਪੁੱਤਰ ਹਾਂ, ਤੇ ਕਿਰਪਾ ਕਰੋ ਮੈਨੂੰ ਆਗਿਆ ਦੇਵੋ, ਤੇ ਮੈਂ ਵੀ ਤੁਹਾਡੇ ਨਾਲ ਆ ਕੇ ਤੁਰਕਾਂ ਦੇ ਨਾਲ ਜੰਗ ਕਰਨੀ ਚਾਹੁੰਦਾ। ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਬਚਨ ਕੀਤਾ ਕਿ ਇੱਕ ਸਾਡਾ ਹੋਰ ਯੁੱਧ ਲੱਗੇਗਾ, ਉਹ ਤੂੰ ਚੰਗੀ ਤਰ੍ਹਾਂ ਵੇਖੇਂਗਾ। ਹਾਂ, ਇੱਕ ਜਿਹੜਾ ਯੁੱਧ ਸਾਡਾ ਹੋਰ ਹੋਣਾ ਕਰਤਾਰਪੁਰ ਦੇ ਵਿੱਚ, ਅਖੀਰਲਾ ਜੰਗ ਸੀ ਮਹਾਰਾਜ ਜੀ ਦਾ ਹੋਣਾ, ਵੀ ਉਹ ਤੂੰ ਆਪ ਦੇਖੇਂਗਾ। ਉਸ ਸਮੇਂ ਬਾਬਾ ਗੁਰਦਿੱਤਾ ਜੀ ਸੰਗਤ ਜੀ ਜੰਗ ਵਿੱਚ ਗਏ ਸਨ। ਹੁਣ ਇਸ ਸਮੇਂ ਤੁਸੀਂ ਜਿਹੜਾ ਇਹ ਪਰਿਵਾਰ ਹੈ ਆਪਣਾ, ਇਸ ਪਰਿਵਾਰ ਦੀ ਪਾਲਣਾ ਕਰੋ। ਸਾਰਾ ਪਰਿਵਾਰ ਲੈ ਕੇ ਤੇ ਤੁਸੀਂ ਹੁਣ ਕਰਤਾਰਪੁਰ ਨੂੰ ਚਲੇ ਜਾਵੋ। ਉਹ ਇਦਾਂ ਕਹਿੰਦੇ ਕਿ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਉਹ ਬਚਨ ਮੰਨ ਲਿਆ ਹੈ ਤੇ ਹੁਕਮ ਮਹਾਰਾਜ ਜੀ ਦਾ ਮੰਨ ਲਿਆ, ਕਰ ਜੋੜ ਹੱਥ ਜੋੜ ਲਏ ਹਨ। ਤੇ ਕਹਿੰਦੇ ਕਿ ਉਸ ਸਮੇਂ ਆਪਣੇ ਮਨ ਨੂੰ ਆਪਣੇ ਨਗਰ ਵਾਲੇ ਪਾਸੇ ਨੂੰ ਕਰ ਲਿਆ। ਗਮਨ ਹੇਤ ਕਹਿੰਦੇ ਜਾਣ ਦੇ ਵਾਸਤੇ ਫਿਰ ਬਾਬਾ ਗੁਰਦਿੱਤਾ ਜੀ ਨੇ ਤਿਆਰੀ ਕਰਵਾ ਲਈ। ਉਸ ਸਮੇਂ ਰੱਥਾਂ ਦੇ ਨਾਲ ਘੋੜੇ ਜੋੜ ਲਏ, ਸਭ ਤਰ੍ਹਾਂ ਕਰਕੇ ਜਿੰਨੇ ਵੀ ਕੁਝ ਡੋਲੇ ਸਨ ਉਹ ਤਿਆਰ ਕਰਵਾ ਲਏ। ਉਹ ਕਹਿੰਦੇ ਲੈ ਕੇ ਜਿਹੜੇ ਕਹਾਰ ਸੀ ਡੋਲੇ ਲੈ ਕੇ ਜਾਣ ਵਾਲੇ, ਉਹ ਵੀ ਨੇੜੇ ਪਹੁੰਚ ਗਏ। ਉਹ ਕਹਿੰਦੇ ਬੈਲ ਗੱਡੀਆਂ ਨੇ ਜਿਨ੍ਹਾਂ ਵਿੱਚ ਅੱਗੇ ਬੜੇ ਬਲ ਵਾਲੇ ਬੈਲ ਜੋੜੇ ਹੋਏ ਐ। ਫਿਰ ਇਸੇ ਤਰ੍ਹਾਂ ਗੱਡੀਆਂ ਉੱਤੇ ਬਹੁਤ ਵਸਤੂਆਂ ਲੱਦ ਦਿੱਤੀਆਂ। ਉਸ ਸਮੇਂ ਕਹਿੰਦੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੀ ਗੋਦੀ ਵਿੱਚ ਲੈ ਕੇ ਮਾਤਾ ਨਿਹਾਲ ਕੌਰ ਜੀ ਬਾਬਾ ਗੁਰਦਿੱਤਾ ਜੀ ਦੇ ਘਰੋਂ ਸਨ। ਉਹ ਆਪਣੇ ਪੁੱਤਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਛੋਟੇ ਉਸ ਸਮੇਂ ਉਮਰ ਦੇ, ਉਹਨਾਂ ਨੂੰ ਗੋਦ ਵਿੱਚ ਲੈ ਕੇ ਡੋਲੇ ਤੇ ਚੜ੍ਹ ਕੇ ਚੱਲ ਪਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਸੂਰਜਮਲ ਜੀ ਤੇ ਉਹਨਾਂ ਦੇ ਘਰੋਂ ਬੀਬੀ ਖੇਮ ਕੌਰ ਜੀ, ਉਹ ਵੀ ਕਹਿੰਦੇ ਡੋਲੇ ਤੇ ਚੜ੍ਹ ਕੇ ਤੇ ਕਰਤਾਰਪੁਰ ਦੇ ਰਸਤੇ ਨੂੰ ਚੱਲ ਪਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਨਾਨਕੀ ਜੀ ਵੀ ਰਥ ਉੱਤੇ ਚੜ੍ਹ ਗਏ, ਅਤੇ ਦੂਜੇ ਰਥ ਦੇ ਉੱਤੇ ਦੂਜੇ ਮਹਿਲ ਮਾਤਾ ਮਰਵਾਹੀ ਜੀ ਸਵਾਰ ਹੋ ਗਏ। ਨਾਲ ਕਹਿੰਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਵੀ ਚੱਲ ਪਏ। ਹਾਂ, ਬੜੇ ਜਿਹੜੇ ਚੰਚਲ ਤੇ ਤੇਜ਼ਦਾਰ ਚੱਲਣ ਵਾਲੇ ਘੋੜੇ ਐ, ਉਹਨਾਂ ਤੇ ਚੜ੍ਹ ਕੇ ਚੱਲੇ ਹਨ। ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਦੋਨੇ ਸਾਹਿਬਜ਼ਾਦੇ, ਇਹ ਵੀ ਕਹਿੰਦੇ ਨਾਲ ਹੀ ਪਰਿਵਾਰ ਦੇ ਘੋੜਿਆਂ ਤੇ ਚੜ੍ਹ ਕੇ ਤੇ ਚੱਲ ਪਏ ਐ। ਜਦੋਂ ਇਹ ਪਰਿਵਾਰ ਸਾਰਾ ਸੰਗਤ ਜੀ ਸਵਾਰ ਹੋਣ ਲੱਗਾ ਤੇ ਉਸ ਸਮੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਹੁਤ ਵੱਡਾ ਖਾਸਾ ਮੰਗਾਇਆ, ਵੱਡੀ ਪਾਲਕੀ ਮੰਗਾਉਣਾ ਕੀਤੀ। ਤੇ ਉਸ ਸੋਹਣੀ ਪਾਲਕੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰੱਖਣਾ ਕੀਤਾ, ਬਿਰਾਜਮਾਨ ਕੀਤਾ ਹੈ। ਕਿੰਨਾ ਸੰਗਤ ਜੀ ਗੁਰੂ ਸਾਹਿਬ ਜੀ ਦਾ ਪਿਆਰ ਹੈ ਮਹਾਰਾਜ ਜੀ ਦਾ ਬਾਣੀ ਦੇ ਨਾਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਸੰਗਤ ਜੀ ਚੱਲੇ, ਪਹਿਲਾਂ ਵੀ ਆਪਾਂ ਪਿੱਛੇ ਪ੍ਰਸੰਗ ਸੁਣਿਆ ਕਿ ਜਦੋਂ ਮਹਾਰਾਜ ਜੀ ਦਾ ਪਹਿਲਾ ਜੰਗ ਲੱਗਾ ਹੈ ਤੇ ਉਸ ਸਮੇਂ ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜੰਗ ਹੋਇਆ ਸੀ, ਹਮਲਾ ਬੋਲਿਆ,
ਤੇ ਮਹਾਰਾਜ ਜੀ ਨੇ ਸੰਗਤ ਜੀ ਪਹਿਲਾਂ ਹੀ ਕਹਿੰਦੇ ਕਿ ਹਰਿਮੰਦਰ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਤੇ ਆਪ ਪਹਿਲਾਂ ਹੀ ਝਬਾਲ ਪਿੰਡ ਪਹੁੰਚੇ ਸੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਜਾ ਕੇ ਬਿਰਾਜਮਾਨ ਕੀਤੇ ਸੀ ਤੇ ਮਗਰੋਂ ਆ ਕਰਕੇ ਫਿਰ ਆਪਣੇ ਪਰਿਵਾਰ ਨੂੰ ਉੱਥੇ ਜਾਣ ਦੀ ਆਗਿਆ ਕੀਤੀ ਤੇ ਆਪ ਸੱਚੇ ਪਾਤਸ਼ਾਹ ਨੇ ਜੰਗ ਕੀਤਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸੰਭਾਲਿਆ ਹੈ ਗੁਰੂ ਸਾਹਿਬ ਜੀ ਨੇ। ਤੇ ਫਿਰ ਜਦੋਂ ਸੰਗਤ ਜੀ ਹੁਣ ਉੱਥੋਂ ਚੱਲਣ ਲੱਗੇ ਸਨ ਅੰਮ੍ਰਿਤਸਰ ਤੋਂ ਡਰੌਲੀ ਪਿੰਡ ਨੂੰ, ਪਤਾ ਸੀ ਮਹਾਰਾਜ ਨੂੰ ਕਿ ਹੁਣ ਛੇਤੀ ਵਾਪਸ ਨਹੀਂ ਇੱਧਰ ਆਇਆ ਜਾਣਾ। ਤੇ ਫਿਰ ਵੀ ਮਗਰੋਂ ਕੋਈ ਤੁਰਕ ਕਿਤੇ ਆ ਕਰਕੇ ਹਮਲਾ ਬੋਲ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਨਾ ਕਰ ਦੇਣ, ਤਾਂ ਕਹਿੰਦੇ ਮਹਾਰਾਜ ਜੀ ਦਾ ਸਰੂਪ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੀ ਲੈ ਆਏ। ਆਪਾਂ ਉਹ ਵੀ ਪ੍ਰਸੰਗ ਸੁਣਿਆ। ਤੇ ਹੁਣ ਇੱਥੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਕਿ ਗਾਂ ਜੰਗ ਲੱਗਣੀ ਹੈ ਤੇ ਜੰਗ ਦੇ ਵਿੱਚ ਕਿਤੇ ਬਾਣੀ ਦੀ ਬੇਅਦਬੀ ਨਾ ਹੋਵੇ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਉਸੇ ਤਰ੍ਹਾਂ ਰੱਖਦਿਆਂ ਹੋਇਆਂ ਪਹਿਲਾਂ ਹੀ ਪਰਿਵਾਰ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਭੇਜ ਦਿੱਤਾ ਸੀ ਮਹਾਰਾਜ ਜੀ ਨੇ। ਤੇ ਉਹ ਮਹਾਰਾਜ ਜੀ ਦੇ ਸਰੂਪ ਫਿਰ ਇੱਥੇ ਸੰਗਤ ਜੀ ਕਰਤਾਰਪੁਰ ਸਾਹਿਬ ਹੀ ਰਹੇ ਸਨ। ਫਿਰ ਉਹਦਾ ਨਾਮ ਕਰਤਾਰਪੁਰੀ ਬੀੜ ਪੈ ਗਿਆ ਸੀ। ਸੋ ਇਸ ਪ੍ਰਕਾਰ ਉਹ ਦੱਸਦੇ ਇੱਥੇ ਚਲਨ ਸਮੇਂ ਬੜ ਸੁਤ ਕੇ ਸਾਥ। ਸੋ ਇੱਦਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਸੋਹਣੀ ਪਾਲਕੀ ਲਿਆਂਦੀ ਹੈ, ਉਹਦੇ ਵਿੱਚ ਮਹਾਰਾਜ ਜੀ ਦੇ ਸਰੂਪ ਬਿਰਾਜਮਾਨ ਕੀਤੇ ਨੇ। ਜਦੋਂ ਚੱਲਣ ਲੱਗੇ ਤਾਂ ਚੱਲਣ ਲੱਗਿਆਂ ਆਪਣੇ ਵੱਡੇ ਸੁਪੁੱਤਰ ਦੇ ਨਾਲ ਬਾਪ ਬਖਾਨਿਓ ਜਗ ਗੁਰਨਾਥ। ਜਗਤ ਦੇ ਗੁਰੂ ਮਾਲਕ ਸਤਿਗੁਰਾਂ ਨੇ ਫਿਰ ਬਚਨ ਕਥਨ ਕੀਤਾ, ਬਚਨ ਕਿਹਾ। ਚੰਦਨ ਚਰਚਾ ਧੂਪ ਦਿਖਾਵਹੁ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਤ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕਿਹਾ। ਮਹਾਰਾਜ ਜੀ ਕਹਿੰਦੇ ਕਿ ਸੁਪੁੱਤਰ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤੁਸਾਂ ਨੇ ਚੰਦਨ ਛਿੜਕਣਾ ਹੈ, ਧੂਪ ਦਿਖਾਉਣਾ ਹੈ। ਫੁੱਲਨ ਮਾਲਾ ਗ੍ਰੰਥ ਚੜਾਵਹੁ। ਅਤੇ ਨੇਤੀ ਕਹਿੰਦੇ ਫੁੱਲਾਂ ਦੀਆਂ ਮਾਲਾ ਨਵੀਆਂ ਲਿਆ ਕਰਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੜਾਉਣੀਆਂ। ਇਤ ਦੀਪਕ ਕੋ ਨਿਸਾ ਜਰਾਵਹੁ। ਰਾਤ ਹੋਵੇ ਤਾਂ ਘਿਓ ਦੀ ਜੋਤ ਜਗਾ ਦੇਣੀ ਹੈ। ਇਤ ਪ੍ਰਣਾਮ ਕਰ ਸੀਸ ਨਿਵਾਵਹੁ। ਤੇ ਨੇਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਸੀਸ ਨਵਾਉਣਾ ਹੈ। ਸ੍ਰੀ ਨਾਨਕ ਕੇ ਜਾਨ ਸਮਾਨਾ। ਹਾਂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮਾਨ ਹੀ ਜਾਣਨਾ ਇਹਨਾਂ ਨੂੰ। ਜਿਵੇਂ ਗੁਰੂ ਨਾਨਕ ਦੇਵ ਜੀ ਕੁੱਲ ਦੁਨੀਆ ਦੇ ਮਾਲਕ ਹੈ, ਆਪਾਂ ਸਾਰੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਦੇ ਹੈ। ਇਸੇ ਤਰ੍ਹਾਂ ਤੁਸਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੇ ਸਮਾਨ ਹੀ ਜਾਣਨਾ ਹੈ। ਜਪੋ ਗੁਰੂ ਗ੍ਰੰਥ ਕਹੋ ਨਾਨਾ। ਇਹਦਾ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਨੇਕਾਂ ਤਰ੍ਹਾਂ ਕਰਕੇ ਤੁਸਾਂ ਨੇ ਪੂਜਣਾ। ਪੰਚਾਮ੍ਰਿਤ ਨਿਤ ਕਰ ਕਰਵਾਇਓ। ਤੇ ਨੇਤੀ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਤੁਸਾਂ ਨੇ ਤਿਆਰ ਕਰਵਾਉਣੀ। ਅਨਹੋ ਬੈਠ ਕਰ ਮੁਦ ਉਪਜਾਇਓ। ਫਿਰ ਕਹਿੰਦੇ ਕਿ ਅੰਮ੍ਰਿਤ ਵੇਲੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ, ਮਨ ਵਿੱਚ ਖੁਸ਼ੀ ਪੈਦਾ ਕਰਨੀ। ਹਮ ਵੀ ਕੇਤਕ ਦਿਨ ਮਹਿ ਆਵੇ। ਅਸੀਂ ਵੀ ਕੁਝ ਕੁ ਦਿਨਾਂ ਦੇ ਵਿੱਚ ਇੱਧਰੋਂ ਜੰਗ ਸਮਾਪਤ ਕਰਕੇ ਤੇ ਕਰਤਾਰਪੁਰ ਹੀ ਆ ਜਾਵਾਂਗੇ। ਰਹੋ ਪ੍ਰਤੀਖਤ ਮਿਲ ਸੁਖ ਪਾਵੇ। ਉੱਥੇ ਸਾਡੀ ਤੁਸਾਂ ਨੇ ਉਡੀਕ ਕਰਨੀ ਤੇ ਮਿਲ ਕੇ ਫਿਰ ਸਾਰੇ ਪਰਿਵਾਰ ਨਾਲ ਸੁਖ ਆਨੰਦ ਪਾਵਾਂਗੇ। ਇੱਥੋਂ ਸੰਗਤ ਜੀ ਸਾਨੂੰ ਪਤਾ ਚੱਲ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੇਵਾ ਹੈ, ਇਹ ਤਾਂ ਜਿਵੇਂ ਸ੍ਰੀ ਗੁਰੂ ਸਾਹਿਬਾਂ ਦੱਸੀ ਉਸੇ ਤਰ੍ਹਾਂ ਹੀ ਸੰਗਤ ਜੀ ਕਰਨੀ ਬਣਦੀ ਹੈ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਗੁਰਤਾ ਗੱਦੀ ਤਾਂ ਮਿਲੀ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਫਿਰ ਵੀ ਕਿਉਂਕਿ ਪਤਾ ਜਾਣਦੇ ਸਤਿਗੁਰੂ ਜੀ ਕਿ ਇਸੇ ਹੀ ਗ੍ਰੰਥ ਨੂੰ 10ਵੇਂ ਜਾਮੇ ਦੇ ਵਿੱਚ ਅਸਾਂ ਨੇ ਗੁਰਤਾ ਗੱਦੀ ਦੇ ਕੇ ਤੇ ਜੋ ਦੇਹ ਹੈ ਇਸ ਨੂੰ ਅਲੋਪ ਕਰ ਲੈਣਾ ਤੇ ਸਦਾ ਵਾਸਤੇ ਸ਼ਬਦ ਗੁਰੂ ਨੂੰ ਸਥਾਪਿਤ ਕਰ ਦੇਣਾ ਹੈ। ਇਹ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਗੁਰੂਆਂ ਨੇ ਬਾਣੀ ਦਾ ਉਸੇ ਤਰ੍ਹਾਂ ਸਤਿਕਾਰ ਕੀਤਾ ਹੈ। ਤੇ ਕਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਇੱਥੇ ਕਿ ਅੰਮ੍ਰਿਤ ਵੇਲੇ ਦੇ ਨਾਲ ਇਹ ਪ੍ਰਕਾਸ਼ ਕਰਕੇ ਬਾਣੀ ਪੜ੍ਹਨੀ, ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ, ਅਰਦਾਸ ਕਰਨੀ ਹੈ, ਮੱਥਾ ਟੇਕਣਾ, ਸੁਗੰਧੀਆਂ ਛਿੜਕਣੀਆਂ। ਆ ਪਿੱਛੇ ਹੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਮਹਾਰਾਜ ਜੀ ਦਾ ਅਸਵਾਰਾ ਲੈ ਕੇ ਉੱਥੋਂ ਆਏ ਸੀ ਸਤਿਗੁਰੂ ਜੀ, ਤੇ ਉਸ ਸਮੇਂ 16 ਪ੍ਰਕਾਰ ਦੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਸੁਣੀ ਪੜ੍ਹੀ ਸੀ ਕਿ ਕਿਵੇਂ ਮਹਾਰਾਜ ਜੀ ਨੇ ਦੱਸਿਆ ਕਿ ਇੱਦਾਂ ਇਹ ਸੇਵਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੀ। ਸੋ ਇੱਥੇ ਵੀ ਦੱਸਿਆ ਮਹਾਰਾਜ ਜੀ ਨੇ ਫਿਰ ਦੁਬਾਰਾ ਆਪਣੇ ਪੁੱਤਰ ਨੂੰ ਤੇ ਤਾਕੀਦ ਕੀਤੀ ਹੈ ਚੰਗੀ ਤਰੀਕੇ ਦੇ ਨਾਲ ਕਿ ਢਲਿਆਈ ਨਹੀਂ ਕਿਸੇ ਤਰੀਕੇ ਦੇ ਨਾਲ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਵਿੱਚ ਸਾਵਧਾਨ ਰਹਿਣਾ ਹੈ। ਇੱਦਾਂ ਕਹਿੰਦੇ ਕਿ ਜੋਤ ਜਗਾਉਣੀ ਹੈ, ਚੰਦਨ ਸੁਗੰਧੀਆਂ ਛਿੜਕਣੀਆਂ, ਧੂਪ ਦਿਖਾਉਣੇ ਹੈ, ਫੁੱਲਾਂ ਦਾ ਛਿੜਕਾਅ ਕਰਨਾ ਹੈ। ਇਹ ਸਤਿਕਾਰ ਦੀਆਂ ਸੰਗਤ ਦੀ ਚੀਜ਼ਾਂ ਹੁੰਦੀਆਂ। ਆਮ ਆਪਾਂ ਦੇਖਦੇ ਅੱਜ ਕੱਲ੍ਹ ਉਹ ਲੋਕ ਕਹਿੰਦੇ ਕਿ ਜੀ ਇਹ ਤਾਂ ਮਨਮੱਤ ਹੈ, ਨਹੀਂ ਫੁੱਲ ਚੜਾਉਣੇ ਚਾਹੀਦੇ, ਨਹੀਂ ਧੂਪ ਦਿਖਾਉਣੀ ਚਾਹੀਦੀ, ਇਹ ਜੋਤਾਂ ਦੀ ਕੀ ਗੱਲ ਜੀ, ਇਹ ਤਾਂ ਬ੍ਰਾਹਮਣਵਾਦ ਹੈ। ਇੱਦਾਂ ਦੀਆਂ ਸੰਗਤ ਜੀ ਕੁਝ ਲੋਕ ਗੱਲਾਂ ਕਰਦੇ।
ਆਮ ਆਪਾਂ ਦੇਖਦੇ ਹਾਂ ਕੋਈ ਵੱਡਾ ਲੀਡਰ, ਕੋਈ ਵੱਡਾ ਸੰਗਤ ਜੀ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਦੇਸ਼ 'ਚ ਆਉਂਦਾ ਜਾਂ ਆਪਣੇ ਦੇਸ਼ ਉੱਧਰ ਜਾਂਦਾ ਤਾਂ ਅਗਲੇ ਕੀ ਕਰਦੇ ਹੈ, ਸਤਿਕਾਰ ਵਜੋਂ ਉਹ ਫੁੱਲ ਭੇਟਾ ਕਰਿਆ ਕਰਦੇ। ਫੁੱਲ ਖੁਸ਼ੀ ਦਾ ਪ੍ਰਤੀਕ ਹੋਇਆ ਕਰਦਾ ਹੈ, ਸੋ ਇਹ ਆਪਣੀ ਖੁਸ਼ੀ ਜ਼ਾਹਰ ਕਰਦੇ ਹੈ। ਜਦੋਂ ਉਹਨਾਂ ਆਮ ਜਿਹੜੇ ਸੰਗਤ ਜੀ ਇੱਕ ਦੇਸ਼ ਦੇ ਰਾਜੇ ਹੈ, ਮੰਤਰੀ ਨੇ, ਉਹਨਾਂ ਨੂੰ ਫੁੱਲ ਭੇਟਾ ਕੀਤੇ ਜਾ ਸਕਦੇ ਹੈ, ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਦੁਨੀਆ ਦੇ ਮਾਲਕ ਨੇ, ਬੇਅੰਤ ਰਾਜੇ ਜਿਨ੍ਹਾਂ ਨੇ ਪੈਦਾ ਕਰ ਦਿੱਤੇ ਨੇ, ਤੇ ਉਹਨਾਂ ਨੂੰ ਫੁੱਲ ਭੇਟਾ ਕਰਾਂਗੇ ਤੇ ਇਹ 'ਚ ਕਾਹਦੀ ਮਨਮਤ ਹੋਗੀ। ਫਿਰ ਆਪਾਂ ਦੇਖਦੇ ਹਾਂ ਸੰਗਤ ਜੀ ਘਰਾਂ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ, ਕਿਵੇਂ ਕੋਈ ਖੁਸ਼ੀ ਹੋਵੇ, ਕਈ ਤਰ੍ਹਾਂ ਦੀਆਂ ਲੜੀਆਂ ਲਾਈਆਂ ਜਾਂਦੀਆਂ, ਦੀਵੇ ਜਗਾਏ ਜਾਂਦੇ ਆ, ਘਿਓ ਦੇ ਬਾਲੇ ਜਾਂਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਲਾਗੇ ਬਾਲਿਆ ਜਾਵੇ ਘਿਓ ਦਾ ਦੀਵਾ, ਉਹ ਮਨਮਤ ਹੋ ਗਈ। ਇਹ ਬਿਨਾਂ ਹੀ ਗੱਲ ਤੋਂ ਸੰਗਤ ਜੀ ਐਵੇਂ ਪਖੰਡਵਾਦ ਉਹ ਕਹਿ ਦਿੰਦੇ ਕਿ ਜੀ ਪਖੰਡ ਹੈ ਜੀ, ਇੱਦਾਂ ਨਹੀਂ ਕਰਨਾ ਚਾਹੀਦਾ। ਉਹ ਕਰਦੇ ਉਹ ਲੋਕ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਸਿਧਾਂਤ ਪਤਾ ਹੈ, ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਿਭਾਸ਼ਾ ਹੀ ਪਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਕੀ ਹੈ। ਉਹ ਲੋਕ ਹੀ ਇੱਦਾਂ ਦੀਆਂ ਮਗਰ ਇੱਕ ਦੂਜੇ ਦੇ ਲਾ ਕੇ ਗੱਲਾਂ ਕਰ ਦਿੰਦੇ। ਕਈਆਂ ਨੇ ਤਾਂ ਇੱਥੋਂ ਤੱਕ ਵੀ ਸੰਗਤ ਜੀ ਕਹਿ ਦਿੱਤਾ ਸੀ ਕਿ ਜਿਹੜਾ ਗ੍ਰੰਥ ਹੈ ਤਾਂ ਇੱਕ ਜਰੀਆ ਹੈ। ਆ ਪਿੱਛੇ ਜੇ ਇੱਕ ਬਾਬਾ ਜਿਹਾ ਜਿਹੜਾ ਸੰਗਤ ਜੀ ਕਈ ਰੂਪ ਬਦਲਦਾ ਗਿਰਗੜ ਦੇ ਵਾਂਗੂ, ਉਹ ਬੜਾ ਰੌਲਾ ਪਾਇਆ ਸੀ ਉਹਨੇ। ਉਹ ਕਹਿੰਦਾ ਕਿ ਜੀ ਇਹ ਤਾਂ ਜਰੀਆ ਹੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇਹ ਤਾਂ ਗਿਆਨ ਦਾ ਸਾਨੂੰ ਸੋਮਾ ਹੈ, ਸੋ ਇੱਦਾਂ ਗੁਰੂ ਗਿਆਨ ਹੈ। ਇਹੋ ਜਿਹੀਆਂ ਗੱਲਾਂ ਬਾਤਾਂ ਸੰਗਤ ਜੀ ਕਈ ਤਰ੍ਹਾਂ ਦੀ ਕਰਦੇ ਸੀ। ਉਹ ਪਖੰਡੀ ਲੋਕ ਹੈ, ਪਖੰਡ ਕਰਦੇ, ਲੋਕਾਂ ਨੂੰ ਠੱਗਦੇ ਹੈ, ਠੱਗ ਲੋਕ ਹੈ ਵੱਡੇ ਉਹ। ਇਸ ਕਰਕੇ ਜਦੋਂ ਆਪਾਂ ਆਪਣਾ ਇਤਿਹਾਸ ਪੜ੍ਹਾਂਗੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਤਿਹਾਸ ਦੀ ਦ੍ਰਿਸ਼ਟੀ ਦੇ ਨਾਲ, ਗੁਰੂ ਸਾਹਿਬਾਂ ਦੀ ਦ੍ਰਿਸ਼ਟੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੀ ਵਜੂਦ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਜਾਣਨਾ ਆਪਣੇ ਪੁੱਤਰ ਨੂੰ ਮਹਾਰਾਜ ਨੇ ਹੁਕਮ ਕੀਤਾ। ਤੇ ਅੱਜ ਕੱਲ੍ਹ ਦੇ ਕੁਝ ਪਖੰਡੀ ਇਸੇ ਗੁਰੂ ਦੀਆਂ ਖਾ ਕੇ ਤੇ ਉਸੇ ਗੁਰੂ ਦੇ ਉੱਤੇ ਸੰਗਤ ਜੀ ਫਿਰ ਦੇਖੋ ਬਦਨਾਮੀ ਕਰਦੇ, ਨਿੰਦਿਆ ਕਰਦੇ ਉਸੇ ਗੁਰੂ ਦੀ। ਉਹ ਕਹਿੰਦੇ ਜੀ ਇਹ ਤਾਂ ਇੱਕ ਗ੍ਰੰਥ ਜਰੀਆ ਹੈ, ਤੇ ਜੇ ਉਹਨਾਂ ਨੂੰ ਪੁੱਛੋ ਤੇ ਮੁੜ ਕੇ ਮੁੱਕਰੀ ਜਾਂਦੇ ਜੀ ਮੈਂ ਕਿੱਥੇ ਕਿਹਾ। ਸੋ ਇਸ ਪ੍ਰਕਾਰ ਸੰਗਤ ਜੀ ਪਖੰਡ ਕਰਦੇ ਲੋਕ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੈਸਾ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕਰਕੇ ਸਾਨੂੰ ਦੱਸਿਆ ਹੈ। ਇੱਦਾਂ ਕਹਿ ਕਰਕੇ ਤੇ ਫਿਰ ਆਪਣੇ ਪਰਿਵਾਰ ਨੂੰ ਸੰਗਤ ਜੀ ਧੀਰਜਤਾ ਦਿੱਤੀ ਹੈ, ਹੌਸਲਾ ਦਿੱਤਾ ਹੈ। ਇਹ ਜਿੰਨੇ ਵੀ ਸੰਗਤ ਜੀ ਵੈਸੇ ਤਾਂ ਆਪਾਂ ਸਾਰਾ ਇਤਿਹਾਸ ਵਿੱਚ ਪੜ੍ਹ ਹੀ ਆਏ ਵਾਰ-ਵਾਰ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਵੇਂ ਰੁਮਾਲੇ ਭੇਟਾ ਕੀਤੇ ਜਾਂਦੇ ਹੈ, ਇਹਦਾ ਕੀ ਮਤਲਬ ਹੈ। ਨਾਲ ਨਾਲ ਵੈਸੇ ਆਪਾਂ ਸਮਝਦੇ ਹੁੰਦੇ ਕੁਝ ਗੱਲਾਂ ਸਵੇਰ ਦੀ ਕਥਾ ਵਿੱਚ ਆ ਜਾਂਦੀਆਂ, ਕੁਝ ਸ਼ਾਮ ਦੀ ਕਥਾ ਵਿੱਚ ਆ ਜਾਂਦੀਆਂ ਹਨ। ਕਿਸੇ ਸਮੇਂ ਆਪਾਂ ਸਾਰਾ ਹੀ ਇਹ ਪ੍ਰਕਰਣ ਵੀ ਸੰਗਤ ਦੀ ਸੁਣਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਜਿਵੇਂ ਸੇਵਾ ਕੀਤੀ ਜਾਂਦੀ ਹੈ। ਨਾਰੀਅਲ ਕਿਉਂ ਭੇਟਾ ਕੀਤਾ ਜਾਂਦਾ ਹੈ, ਧੂਪ ਕਿਉਂ ਦਿਖਾਏ ਜਾਂਦੇ ਹੈ, ਜੋਤ ਜਗਾਉਣ ਦਾ ਕੀ ਭਾਵ ਹੈ, ਅਖੰਡ ਪਾਠ ਸਾਹਿਬ ਜਾਂ ਸ੍ਰੀ ਸਹਿਜ ਪਾਠ ਇਹ ਕਿਉਂ ਕਰਵਾਏ ਜਾਂਦੇ ਹਨ, ਤੇ ਕਿਵੇਂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਵੇਂ ਮਹਾਰਾਜ ਜੀ ਦੀ ਸੇਵਾ ਕੀਤੀ ਜਾਂਦੀ, ਕਿਉਂ ਕੀਤੀ ਜਾਂਦੀ ਹੈ। ਸੋ ਇਹਦਾ ਮਹਾਰਾਜ ਜੀ ਦੇ ਕਮਰੇ ਜਿੱਥੇ ਆਪਾਂ ਸੱਚਖੰਡ ਵਿੱਚ ਮਹਾਰਾਜ ਦਾ ਬਿਰਾਜਮਾਨ ਕਰਦੇ ਹਾਂ, ਮਹਾਰਾਜ ਨੂੰ ਪੱਖਾ ਕਿਉਂ ਝੱਲਿਆ ਜਾਂਦਾ, ਚੌਰ ਕਿਉਂ ਕੀਤਾ ਜਾਂਦਾ, ਕਈ ਪ੍ਰਸ਼ਨ ਨੇ ਐਸੇ ਬਣਦੇ। ਬਹੁਤ ਮਨਮਤੀ ਲੋਕ ਘਰਾਂ ਘਰਾਂ ਵਿੱਚ ਸੰਗਤ ਜੀ ਰਸਾਲੇ ਜੇ ਬਣਾ ਕੇ ਭੇਜਦੇ ਆ, ਉਹਦੇ ਉੱਤੇ ਬੜੀਆਂ ਮਨਮਤ ਦੀਆਂ ਗੱਲਾਂ ਲਿਖੀਆਂ। ਪਹਿਲਾਂ ਆਪਾਂ ਦੇਖਦੇ ਹਾਂ ਨਾ ਕਿੰਨੀ ਲੋਕਾਂ ਵਿੱਚ ਸ਼ਰਧਾ ਹੁੰਦੀ ਸੀ ਗੁਰੂ ਘਰ ਦੇ ਪ੍ਰਤੀ, ਕਿੰਨੇ ਚਾਅ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਕੇ ਸੇਵਾ ਕਰਿਆ ਕਰਦੇ ਸੀ ਲੋਕ। ਪਰ ਹੁਣ ਕੀ ਉਹ ਉਹਨਾਂ ਦੀ ਮਨਮਤ ਨੇ ਇੰਨਾ ਅਸਰ ਕਰ ਲਿਆ ਹੈ। ਇੱਕ ਤਾਂ ਪਹਿਲਾਂ ਲਿਖਤਾਂ ਭੇਜਿਆ ਕਰਦੇ ਸੀ ਲੋਕਾਂ ਦੇ ਘਰਾਂ 'ਚ, ਹੁਣ ਸੁਣਿਆ ਲੋਕਾਂ ਉਹਨਾਂ ਦੇਖ ਲਿਆ ਕਿ ਲਿਖਤਾਂ ਪੜ੍ਹ ਕੇ ਕੋਈ ਰਾਜੀ ਨਹੀਂ ਹੈ। ਹੁਣ ਤਾਂ ਸਾਰਾ ਦਿਨ ਲੋਕ ਮੋਬਾਈਲਾਂ 'ਚ ਵੜੇ ਰਹਿੰਦੇ ਹੈ। ਇਸ ਕਰਕੇ ਫਿਰ ਮੋਬਾਈਲਾਂ ਵਿੱਚ ਉਹੋ ਜਿਹੇ ਛੋਟੇ ਛੋਟੇ ਕਲਿੱਪ ਜੇ ਕੱਟ ਕੇ ਉਹ ਫਿਰ ਪਾਏ ਜਾਂਦੇ, ਉਹ ਲੋਕ ਸੁਣਦੇ ਹੈ ਅਤੇ ਸੁਣ ਕੇ ਬਸ ਉਹਨਾਂ ਦੇ ਮਗਰ ਹੀ ਲੱਗ ਜਾਂਦੇ ਹੈ। ਆਪ ਤਾਂ ਕੋਲ ਸੰਗਤ ਜੀ ਵਿਚਾਰ ਹੈ ਨਹੀਂ ਕਿ ਆਪਾਂ ਵੀ ਕਿਤੇ ਉਹਦੀ ਵਿਚਾਰ ਕਰਕੇ ਤਾਂ ਦੇਖ ਲਈਏ ਕਿ ਕੀ ਗੱਲ ਹੈ, ਸੱਚੀ ਹੈ ਕਿ ਜਾਂ ਨਹੀਂ ਹੈ। ਉਹ 300-400 ਸਾਲ ਹੋ ਗਿਆ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ ਰਹੇ ਨੇ। ਕੱਲਾ ਕੱਲਾ ਬੋਲ ਮਹਾਰਾਜ ਜੀ ਦਾ ਸੱਤ ਕਰਕੇ ਜਾਣਦੇ ਹੈ। ਬਾਣੀ ਜੀ ਮਹਾਰਾਜ ਕਹਿੰਦੇ ਕਿ ਸਤਿਗੁਰ ਕੀ ਬਾਣੀ ਸੱਤ ਕਰ ਜਾਣੋ ਗੁਰ ਸਿੱਖੋ ਹੋ। ਇਹ ਬਾਣੀ ਜਿਹੜੀ ਹੈ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਦੇ ਬਾਬਤ ਤਾਂ ਬੇਅੰਤ ਬਚਨ ਮਹਾਰਾਜ ਨੇ ਬਾਣੀ 'ਚ ਹੀ ਕਥਨ ਕੀਤੇ ਹੋਏ ਹੈ। ਪਰ ਲੋਕ ਜਿਹੜੇ ਬਿਨਾਂ ਗੱਲ ਤੋਂ ਹੀ ਸੰਗਤ ਜੀ ਸ਼ੰਕਾ ਕਰ ਦੇਣ ਵੀ ਇਹ ਬਾਣੀ ਨਹੀਂ, ਇਹ ਤਾਂ ਜਰੀਆ ਹੈ ਇੱਕ। ਸੋ ਇਸ ਕਰਕੇ ਉਹ ਸੁਣ ਕੇ ਮੰਨਣਾ ਨਹੀਂ ਚਾਹੀਦਾ, ਸੁਣ ਕੇ ਵਿਚਾਰ ਜ਼ਰੂਰੀ ਕਰਨੀ ਚਾਹੀਦੀ ਹੈ ਵੀ ਇਹ ਗੱਲ ਦੀ ਵਿਚਾਰ ਤਾਂ ਕਰਕੇ ਦੇਖੀਏ ਕਿ ਗੱਲ ਕੁਝ ਕਿਤੇ ਸਹੀ ਵੀ ਹੈ ਕਿ ਜਾਂ ਐਵੇਂ ਰੌਲਾ ਹੀ ਹੈ। ਪਰ ਇੰਨਾ ਸਮਾਂ ਕਿਸੇ ਕੋਲ ਹੈ ਨਹੀਂ, ਨਾ ਕੋ ਕਰਕੇ ਰਾਜੀ ਹੈ ਕਿ ਕੁਝ ਆਪਣਾ ਇਤਿਹਾਸ ਪੜ੍ਹ ਸਕੀਏ, ਕੁਝ ਆਪਣੇ ਬਾਰੇ ਸੰਗਤ ਜੀ ਜਾਣ ਸਕੀਏ। ਜਿਵੇਂ ਕੋ ਸੰਗਤ ਜੀ ਆ ਜੋ ਸੀ ਦਇਆਨੰਦ ਸਰੂਸਤੀ,
ਇਹਨਾਂ ਦਾ ਸੀ ਇਹ ਕੋਈ ਕਿਤੇ ਲਾਇਆ ਹੋਇਆ ਸਮਾਗਮ। ਉੱਥੇ ਕਿਤੇ ਲੋਕ ਇਕੱਠੇ ਹੋਏ ਸਨ ਤੇ ਇੱਕ ਗੁਰਸਿੱਖ ਨੂੰ ਕੋਈ ਲੋਕ ਲੈ ਗਏ ਕਿ ਚੱਲ ਬਈ ਉਹ ਬੜਾ ਸੋਹਣਾ ਪ੍ਰਚਾਰ ਕਰਦੇ ਆ ਅੱਜ ਦੇ ਸਮੇਂ ਦੇ ਅਨੁਸਾਰ, ਉਹਨਾਂ ਦਾ ਜਾ ਕੇ ਪ੍ਰਚਾਰ ਸੁਣੋ। ਤੇ ਉਹ ਚਲੇ ਗਏ ਲੋਕ, ਉਹ ਸਿੱਖ ਵੀ ਨਾਲ ਚਲਾ ਗਿਆ। ਉੱਥੇ ਜਦੋਂ ਸੁਣਨ ਲੱਗੇ ਤੇ ਉਹਨੇ ਬੜੇ ਤਰੀਕੇ ਦੇ ਨਾਲ ਗੱਲਾਂ ਸ਼ੁਰੂ ਕੀਤੀਆਂ ਤੇ ਇਹੋ ਜਿਹਾ ਪ੍ਰਭਾਵ ਪਾਉਂਦੇ ਸੁਣਨ ਵਾਲਾ ਬਿਲਕੁਲ ਉਹਨਾਂ ਦੀ ਮੰਨ ਲੈਂਦਾ ਹੈ ਗੱਲ। ਉਹ ਪ੍ਰਭਾਵ ਪਾ ਕੇ ਤੇ ਗੱਲਾਂ ਕਰਦਿਆਂ ਗੁਰੂ ਨਾਨਕ ਦੇਵ ਜੀ ਦੱਸਣ ਲੱਗੇ, ਗੁਰੂ ਨਾਨਕ ਦੇਵ ਜੀ ਜਿਹੜੇ ਸਨ ਵੀ ਇਹ ਦੇਵੀ ਦੇ ਪੂਜਕ ਸਨ। ਇੱਦਾਂ ਕਰਕੇ ਬੜੀਆਂ ਗੱਲਾਂ ਬਾਤਾਂ ਉਹਨਾਂ ਕਹੀਆਂ ਤੇ ਉਹ ਜਿਹੜਾ ਸਿੰਘ ਸੀ ਇੱਕ ਗਿਆ ਹੋਇਆ ਤੇ ਉਹ ਖੜਾ ਹੋ ਗਿਆ। ਉਹ ਕਹਿਣ ਲੱਗੇ ਕਿ ਭਾਈ ਸਾਹਿਬ ਆ ਤਾਂ ਤੁਸੀਂ ਨਰੋਲ ਹੀ ਝੂਠ ਬੋਲ ਰਹੇ ਹੋ, ਇੱਦਾਂ ਦਾ ਗੱਲ ਹੀ ਨਹੀਂ ਹੈ। ਕਹਿੰਦੇ ਨਹੀਂ, ਸਾਰਾ ਇਤਿਹਾਸ ਅਸੀਂ ਸਿੱਖਾਂ ਦਾ ਪੜ੍ਹਿਆ, ਇੱਦਾਂ ਹੀ ਲਿਖਿਆ। ਕਹਿੰਦੇ ਇਤਿਹਾਸ ਮੈਂ ਵੀ ਪੜ੍ਹਿਆ ਹੋਇਆ ਪਰ ਉੱਥੇ ਕਿਸੇ ਤਰ੍ਹਾਂ ਦੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਫਿਰ ਕਹਿਣ ਲੱਗਾ ਕਿ ਨਹੀਂ ਮੈਂ ਤਾਂ ਬਾਣੀ ਅਨੁਸਾਰ ਦੱਸ ਰਿਹਾ। ਕਹਿੰਦਾ ਬਾਣੀ ਵੀ ਮੈਂ ਪੜ੍ਹੀ ਹੈ, ਬਾਣੀ ਵਿੱਚ ਦੱਸੋ ਇੱਕ ਵੀ ਮੈਨੂੰ ਪ੍ਰਮਾਣ ਦੇ ਕੇ ਜਿੱਥੇ ਦੱਸਿਆ ਹੋਵੇ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਦੇਵੀ ਦੀ ਪੂਜਾ ਕੀਤੀ ਹੈ। ਫਿਰ ਚੁੱਪ ਕਰ ਗਿਆ। ਸੋ ਉਸ ਸਮੇਂ ਉਹ ਸਿੰਘ ਨੇ ਦੱਸਿਆ, ਕਹਿੰਦੇ ਜੇ ਮੈਂ ਇਤਿਹਾਸ ਨਾ ਜਾਣਦਾ ਹੁੰਦਾ ਤਾਂ ਫਿਰ ਲੋਕਾਂ ਨੇ ਵੀ ਇਹਦੀ ਗੱਲ ਹੀ ਮੰਨ ਲੈਣੀ ਸੀ ਕਿ ਹਾਂ ਇਹ ਸੱਚ ਹੀ ਬੋਲਦਾ ਹੈ। ਹੁਣ ਆਪਾਂ ਇਤਿਹਾਸ ਜਾਣਦੇ ਸਾਂ ਜਿਹਦੇ ਕਰਕੇ ਇਹਨੇ ਜਿੱਦਾਂ ਦੀ ਗੱਲ ਕਹੀ ਉੱਦਾਂ ਦਾ ਕੋਈ ਜਵਾਬ ਦੇ ਦਿੱਤਾ। ਸੁਣ ਕੇ ਬਾਕੀ ਦੇ ਜਿੰਨੇ ਲੋਕ ਸਨ ਉਹ ਵੀ ਉੱਠ ਕੇ ਉੱਥੋਂ ਚਲੇ ਗਏ ਸੀ ਕਿ ਇੱਦਾਂ ਝੂਠ ਹੀ ਬੋਲ ਰਹੇ, ਐਵੇਂ ਹੀ ਬਸ ਆਪਣੀਆਂ ਗੱਲਾਂ ਮਾਰੀ ਜਾਂਦੇ। ਇਸ ਕਰਕੇ ਸੰਗਤ ਜੀ ਸਾਨੂੰ ਆਪਣਾ ਇਤਿਹਾਸ ਜ਼ਰੂਰ ਸੁਣਨਾ, ਪੜ੍ਹਨਾ, ਵਿਚਾਰਨਾ ਚਾਹੀਦਾ ਹੈ। ਇਤਿਹਾਸ ਨੂੰ ਸੁਣਾਂਗੇ ਤਾਂ ਅੱਜ ਕੱਲ੍ਹ ਜਿਵੇਂ ਕਿੰਨੇ ਲੋਕ ਪਖੰਡੀ ਨਵੇਂ ਤੋਂ ਨਵੇਂ ਨਿੱਤ ਪੈਦਾ ਹੋ ਰਹੇ ਨੇ, ਫਿਰ ਇਹਨਾਂ ਦੀਆਂ ਆਪਾਂ ਗੱਲਾਂ ਵਿੱਚ ਆ ਨਹੀਂ ਸਕਾਂਗੇ। ਗੁਰੂ ਸਾਹਿਬ ਜੀ ਦੀ ਨਿਰੋਲ ਗੁਰਮਤਿ ਦੇ ਵਿੱਚ ਪ੍ਰਪੱਕ ਰਹਾਂਗੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ ਉਹ ਦੱਸਿਆ ਹੈ। ਇੱਦਾਂ ਫਿਰ ਸੱਚੇ ਪਾਤਸ਼ਾਹ ਜੀ ਨੇ ਸਾਰੇ ਪਰਿਵਾਰ ਨੂੰ ਕਰਤਾਰਪੁਰ ਦੇ ਰਸਤੇ ਵਾਲੇ ਪਾਸੇ ਤੋਰ ਦਿੱਤਾ ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਵੀ ਤੋਰ ਦਿੱਤਾ ਕਿ ਪੈਂਦੇ ਖਾਂ ਤੂੰ ਵੀ ਉੱਧਰ ਜਾਣਾ ਹੈ ਨਾਲ ਹੀ। ਹਾਂ, ਉੱਥੇ ਸਾਵਧਾਨ ਹੀ ਰਹਿਣਾ, ਕਿਸੇ ਤਰੀਕੇ ਦੇ ਨਾਲ ਕੋਈ ਆਲਸ ਨਹੀਂ ਆਉਣ ਦੇਣਾ ਹੈ। ਪੈਂਦੇ ਖਾਂ ਦੀ ਕਹਿੰਦੇ ਘਰ ਵਾਲੀ ਨਾਲ ਸੀ, ਉਹਨੂੰ ਨਾਲ ਲੈ ਕੇ ਚੱਲ ਪਿਆ। ਗੁਰੂ ਦੀ ਆਗਿਆ ਦੇ ਨਾਲ ਮਨ ਵਿੱਚ ਬਹੁਤ ਹੀ ਖੁਸ਼ੀ ਧਾਰਨ ਕੀਤੀ ਹੈ। ਇਹਦਾ ਸਾਰੇ ਜਿੰਨੇ ਵੀ ਪਰਿਵਾਰ ਵਾਲੇ ਜਾਣ ਲੱਗੇ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ। ਆਪੋ ਆਪਣੀਆਂ ਬੇਨਤੀਆਂ ਵੀ ਅੱਗੋਂ ਕਹੀਆਂ ਹਨ। ਸੱਚੇ ਪਾਤਸ਼ਾਹ ਜੀ ਨੇ ਬੜੇ ਮਿੱਠੇ ਬਚਨਾਂ ਵਿੱਚ ਸਾਰਿਆਂ ਨੂੰ ਦਿਲਾਸਾ ਹੌਸਲਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਭਰੋਸਾ ਦਿੱਤਾ ਹੈ। ਇੱਦਾਂ ਸਾਰਾ ਪਰਿਵਾਰ ਜਿੰਨਾ ਵੀ ਹੈ, ਸਾਰਾ ਰਸਤਾ ਇੱਥੋਂ ਡਰੌਲੀ ਪਿੰਡ ਤੋਂ ਲੈ ਕੇ ਕਰਤਾਰਪੁਰ ਸਾਹਿਬ ਦਾ ਸਾਰਾ ਹੀ ਲੰਘ ਕਰਕੇ ਤੇ ਇੱਦਾਂ ਸੰਗਤ ਜੀ ਫਿਰ ਕਰਤਾਰਪੁਰ ਸਾਹਿਬ ਆ ਪਹੁੰਚੇ। ਇੱਦਾਂ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਹਿਲਾਂ ਬਹੁਤ ਸੋਹਣੇ ਥਾਂ ਤੇ ਬਿਰਾਜਮਾਨ ਕੀਤਾ। ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਾਇਆ ਹੈ, ਕਿਹਾ ਸੀ, ਉਸੇ ਤਰ੍ਹਾਂ ਹੀ ਪੂਜਾ ਕੀਤੀ। ਜਥਾ ਜੋ ਕਹਿੰਦੇ ਸਾਰੇ ਪਰਿਵਾਰ ਵਾਲੇ ਫਿਰ ਘਰ ਦੇ ਵਿੱਚ ਵਸੇ ਐ। ਗੁਰੂ ਦੀ ਕਿਰਪਾ ਦੇ ਨਾਲ ਅਨੇਕਾਂ ਤਰ੍ਹਾਂ ਦੇ ਬਿਲਾਸੇ ਕੌਤਕ ਕਰਦੇ ਹਨ। ਇੱਦਾਂ ਸਾਰਾ ਹੀ ਪਰਿਵਾਰ ਬੜਾ ਆਨੰਦ ਦੇ ਵਿੱਚ ਹੈ। ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਕਰਦੇ ਹਨ। ਬਾਬਾ ਗੁਰਦਿੱਤਾ ਜੀ ਦੇ ਜਿਹੜੇ ਸਾਹਿਬਜ਼ਾਦੇ ਹੈ, ਬਾਬਾ ਧੀਰ ਮੱਲ ਜੀ ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਇਹਨਾਂ ਦੇ ਵੀ ਸਰੀਰ ਵੱਧ ਰਹੇ ਹਨ। ਸਾਰਾ ਪਰਿਵਾਰ ਮਿਲਦਾ ਹੈ, ਬੈਠਦਾ ਹੈ, ਇੱਕ ਦੂਜੇ ਦੇ ਨਾਲ ਬੜੇ ਆਨੰਦ ਦੇ ਸਹਿਤ ਬੋਲਦਾ ਹੈ, ਗੱਲਾਂ ਬਾਤਾਂ ਕਰਦੇ ਨੇ। ਇਸ ਪ੍ਰਕਾਰ ਸੰਗਤ ਜੀ ਇਹ ਪ੍ਰਸੰਗ ਦੀ ਸਮਾਪਤੀ ਹੋਈ ਹੈ। ਸੋ ਜਿਵੇਂ ਇਹ ਕਰਤਾਰਪੁਰ ਸਾਹਿਬ ਜਾਣ ਦਾ ਮਹਾਰਾਜ ਜੀ ਦਾ ਸਾਰਾ ਪਰਿਵਾਰ ਕਰਤਾਰਪੁਰ ਆ ਪਹੁੰਚਿਆ ਹੈ, ਡਰੌਲੀ ਪਿੰਡ ਤੋਂ ਚੱਲ ਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਹਿਰਾਜ ਗੁਰੂਸਰ ਜੋ ਮਹਿਰਾਜ ਪੈ ਜਾਂਦਾ ਨਗਰ ਫੂਲ ਉੱਧਰ ਬਠਿੰਡੇ ਵਾਲੇ ਪਾਸੇ ਨੂੰ, ਉੱਥੇ ਜਾ ਕੇ ਮਹਾਰਾਜ ਜੀ ਦੀ ਤੀਜੀ ਜੰਗ ਹੁੰਦੀ ਹੈ। ਤੀਜੀ ਜੰਗ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਪਹੁੰਚਦੇ ਹੈ। ਇੱਥੇ ਕਰਤਾਰਪੁਰ ਵਿੱਚ ਫਿਰ ਮਹਾਰਾਜ ਜੀ ਦੀ ਚੌਥੀ ਜੰਗ ਹੁੰਦੀ ਹੈ, ਅਖੀਰਲੀ ਜੰਗ। ਉਹ ਅੱਗੇ ਅੱਗੇ ਫਿਰ ਸੰਗਤ ਜੀ ਪ੍ਰਸੰਗ ਆਉਣਗੇ ਜਿਵੇਂ ਆਏ।
ਆਪਾਂ ਸਰਵਣ ਕਰਦੇ ਰਹਾਂਗੇ। ਅੱਜ ਦੀ ਹੁਣ ਕਥਾ ਦੀ ਇੱਥੇ ਹੀ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ। ਵਿਕਸਤ ਭਾ ਸਗਰੋ ਪਰਵਾਰ, ਮੰਗਲ ਕਰਤ ਅਨੇਕ ਪ੍ਰਕਾਰ। ਬਿਰਧਤ ਸਰੀਰਨ ਸਾਹਿਬ ਜਾਦੇ, ਮਿਲ ਬੈਠਤ ਬੋਲਤ ਅਹਿਲਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਬਾ, ਹੇ ਦਇਆਲੁ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।